ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਨਵਾਂ ਸਾਲ ਚੜ੍ਹ ਚੁੱਕਿਆ ਹੈ, ਤੁਹਾਨੂੰ ਉਹਦੀਆਂ ਮੁਬਾਰਕਾਂ ਨਵੇਂ ਸਾਲ ਦੀਆਂ। ਨਵਾਂ ਸਾਲ ਚੜ੍ਹਨ ਦੇ ਨਾਲ ਆਪਾਂ ਸੋਚਦੇ ਹਾਂ ਕਿ ਅਜਿਹਾ ਕੀ ਖਾਸ ਹੋ ਜਾਂਦਾ ਹੈ। ਨਵੇਂ ਸਾਲ ਨੂੰ ਜੇ ਆਪਾਂ ਇੱਕ ਸਮੇਂ ਦੇ ਤੌਰ ਤੇ ਮੰਨੀਏ ਤਾਂ ਫਿਰ ਇਹ ਬਹੁਤ ਕੁਝ ਆਪਣੇ ਲਈ ਖਾਸ ਹੋ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ 365 ਦਿਨ ਲੰਘ ਚੁੱਕੇ ਨੇ। ਜੇ ਉਹਨੂੰ ਮਾਪਣ ਦੇ ਲਈ ਸਮਝਿਆ ਜਾਵੇ ਨਵੇਂ ਸਾਲ ਨੂੰ ਤਾਂ ਕੁਝ ਦਿਨ ਜਿਹੜੇ ਨੇ ਉਹ ਲੰਘ ਚੁੱਕੇ ਨੇ, ਨਵਾਂ ਸਾਲ ਆ ਚੁੱਕਿਆ, ਯਾਨੀ ਕਿ ਹੁਣ ਅਗਲੇ ਜਿਹੜੇ ਦਿਨ ਚੜ੍ਹਨ ਵਾਲੇ ਨੇ, ਅਗਲਾ ਸਾਲ ਜਿਹੜਾ ਚੜ੍ਹਿਆ ਇੱਕ ਟਾਰਗੇਟ ਜ਼ਿੰਦਗੀ ਦੇ ਕੁਝ ਕਹਿ ਲਓ ਕਿ ਆਪਾਂ ਗੋਲ ਰੱਖ ਕੇ ਅੱਗੇ ਵਧੀਏ ਕਿ ਇਸ ਸਾਲ ਦੇ ਵਿੱਚ ਆਪਾਂ ਇਹਨਾਂ ਗੋਲਸ ਨੂੰ ਆਪਾਂ ਅਚੀਵ ਕਰਨਾ ਹੈ, ਤਾਂ ਫਿਰ ਇਸ ਚੀਜ਼ ਦੀ ਇੱਕ ਮਹੱਤਵ ਹੋ ਜਾਂਦਾ ਹੈ। ਜੋ ਉਦਾਂ ਦੇਖਾਂਗੇ ਤਾਂ ਬਾਕੀ ਦਿਨਾਂ ਵਾਂਗੂ ਦਿਨ ਹੀ ਹੁੰਦਾ ਹੈ, ਪਰ ਜੇ ਆਪਾਂ ਲਾਈਫ ਦੇ ਕੁਝ ਏਮ ਸੈੱਟ ਕਰਦੇ ਹਾਂ ਤਾਂ ਫਿਰ ਨਵੇਂ ਸਾਲ ਕਹਿ ਲਓ ਜਾਂ ਇਹ ਦਿਨ ਕਹਿ ਲਓ, ਕੋਈ ਵੀ ਦਿਨ ਹੋਵੇ ਜਿਹਨੂੰ ਤੁਸੀਂ ਮੰਨਦੇ ਹੋ, ਉਸਦੀ ਇੱਕ ਵੈਲਿਊ, ਉਸਦੀ ਇੱਕ ਕਹਿ ਲਓ ਕਿ ਮਹੱਤਵ ਵੱਧ ਜਾਂਦਾ ਹੈ। ਤੇ ਗੱਲਬਾਤ ਕਰਾਂਗੇ ਅੱਜ ਆਪਾਂ ਨਵੇਂ ਸਾਲ ਦੇ ਵਿੱਚ ਪੰਜਾਬ ਲੈ ਕੇ, ਕੀ ਕੁਝ ਪੰਜਾਬ ਦੇ ਵਿੱਚ ਹੈ ਤੇ ਕੀ ਕੁਝ ਮਿਲ ਜਾਊਗਾ ਪੰਜਾਬ ਦੇ ਵਿੱਚੋਂ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਜੋ ਨੌਜਵਾਨ ਨੇ, ਬੱਚੇ ਨੇ, ਉਹ ਬਾਹਰ ਨੂੰ ਜਾ ਰਹੇ ਨੇ, ਜਾਂ ਪੰਜਾਬ ਦੇ ਵਿੱਚ ਵਪਾਰ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ, ਸਮਾਨ ਲੈ ਕੇ, ਅੱਜ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਗੱਲਬਾਤ ਕਰਨ ਲਈ ਯੂਕੇ ਦੀ ਧਰਤੀ ਜੁੜੇ ਨੇ ਦਲਜੀਤ ਸਿੰਘ। ਦਲਜੀਤ ਸਿੰਘ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ ਜੀ ਤੁਹਾਡਾ ਵੀ ਤੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਦਲਜੀਤ ਸਿੰਘ ਜੀ, ਮੇਰਾ ਤੁਹਾਨੂੰ ਸਵਾਲ ਹੈ ਕਿ ਪੰਜਾਬ ਦੇ ਵਿੱਚ ਰੁਜ਼ਗਾਰ, ਵਪਾਰ ਜਾਂ ਕੀ ਪੈਸੇ ਕਮਾਉਣ ਦਾ ਕੋਈ ਸਾਧਨ ਨਹੀਂ ਹੈ ਜੋ ਲੋਕਾਂ ਨੂੰ ਬਾਹਰ ਜਾਣਾ ਪੈ ਰਿਹਾ। ਆਪਾਂ ਬਾਹਰ ਦੀ ਗੱਲ ਨਹੀਂ ਕਰਾਂਗੇ, ਬਾਹਰ ਕੀ ਹੈ, ਮੈਂ ਕਹਿੰਦਾ ਪੰਜਾਬ ਦੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਪੈਸਾ ਨਹੀਂ ਕਮਾਇਆ ਜਾ ਸਕਦਾ, ਕਿ ਕੋਈ ਸਾਧਨ ਨਹੀਂ ਹੈ ਪੰਜਾਬ ਦੇ ਵਿੱਚ ਪੈਸਾ ਕਮਾਇਆ ਜਾ ਸਕੇ, ਜਾਂ ਕਹਿ ਲਓ ਕਿ ਜਿਹੜੇ ਲੱਖਾਂਪਤੀ ਨੇ, ਕਰੋੜਾਂਪਤੀ ਨੇ, ਉਹ ਸਿਰਫ ਬਾਹਰ ਜਾ ਕੇ ਬਣਦੇ ਨੇ, ਜਾਂ ਪੰਜਾਬ ਵਿੱਚ ਵੀ ਕੋਈ ਅਜਿਹੇ ਚਾਂਸ ਹੈਗੇ ਨੇ ਕਿ ਬੰਦਾ ਪੰਜਾਬ ਦੇ ਵਿੱਚ ਰਹਿ ਕੇ ਵੀ ਪੈਸੇ ਕਮਾ ਸਕਦਾ ਹੈ। ਕਿਉਂਕਿ ਇੱਕ ਵੀਡੀਓ ਵੀ ਆਪਾਂ ਦੇਖੀ ਸੀਗੀ, ਇੱਕ ਲੱਖਾ ਸਿਧਾਣੇ ਦੀ ਵੀਡੀਓ ਸੀਗੀ, ਉਹ ਉਸਦੇ ਵਿੱਚ ਉਹਨਾਂ ਨੇ ਦਿਖਾਇਆ ਸੀਗਾ ਕਿ ਇੱਕ ਪ੍ਰਵਾਸੀ ਆਇਆ ਸੀ, ਉਹ ਕਿਵੇਂ ਪੰਜਾਬ 'ਚ ਰਹਿ ਕੇ ਉਹਨੇ ਇੱਕ ਕਲਾ ਸਿੱਖੀ, ਸਿੱਖਣ ਤੋਂ ਬਾਅਦ ਅੱਜ ਉਸ ਕੋਲ ਲੱਖਾਂ ਰੁਪਇਆ, ਜੋ ਉਹਨੂੰ ਲੱਖਾਂਪਤੀ ਕਹਿ ਸਕਦੇ ਆ ਉਸਨੂੰ, ਤੇ ਦੂਜੇ ਆ ਕੇ ਕਮਾ ਸਕਦੇ ਨੇ, ਕਿ ਪੰਜਾਬ ਦੇ ਵਿੱਚ ਪੰਜਾਬੀ ਪੈਸਾ ਨਹੀਂ ਕਮਾ ਸਕਦੇ। ਦੀਪਨ, ਬਹੁਤ ਸੋਹਣਾ ਸਵਾਲ ਤੇ ਬੜਾ ਜੇ ਕਹੀਏ ਕਿ ਇਹਦੇ ਵਿੱਚ ਹੀ ਬਹੁਤ ਕੁਝ ਛੁਪਿਆ ਹੋਇਆ ਕਿ ਪੰਜਾਬ ਦੇ ਵਿੱਚ ਰਹਿ ਕੇ ਕਮਾਈ ਕੀਤੀ ਜਾ ਸਕਦੀ ਹੈ ਜਾਂ ਨਹੀਂ। ਹੁਣ ਤੱਕ ਦੇ ਤਜਰਬੇ ਤੋਂ ਜਾਂ ਮਾਹੌਲ ਜੋ ਦੇਖਿਆ, ਉਹਦੇ ਤੋਂ ਮੈਂ ਇਹੀ ਚੀਜ਼ ਸਿੱਖੀ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਬਾਹਰਲੇ ਦੇਸ਼ਾਂ ਨਾਲੋਂ ਵੀ ਜ਼ਿਆਦਾ ਪੈਸੇ ਜਿਹੜੇ ਨੇ ਉਹ ਕਮਾਏ ਜਾ ਸਕਦੇ ਆ। ਬੇਸ਼ੱਕ ਸਾਡੀਆਂ ਸਰਕਾਰਾਂ ਸਾਡਾ ਸਾਥ ਨਹੀਂ ਦਿੰਦੀਆਂ, ਸਾਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾਣੇ ਪੈਂਦੇ ਨੇ, ਸਾਨੂੰ ਬਹੁਤ ਕੁਝ ਕਰਨਾ ਪੈਂਦਾ। ਪਰ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਟਿਕਟੌਕ, ਸੋਸ਼ਲ ਮੀਡੀਆ, ਫੇਸਬੁੱਕ ਦੇ ਉੱਤੇ ਵੀਡੀਓਜ਼ ਚੱਲਦੀਆਂ ਨੇ ਕਿ ਨਵੇਂ ਵਿਆਹੇ ਜੋੜੇ ਕਿਵੇਂ ਕੰਮ ਕਰ ਰਹੇ ਨੇ, ਕਿਵੇਂ ਖਾਣ ਪੀਣ ਦੇ ਕੰਮ ਕਰ ਰਹੇ ਨੇ, ਕੋਈ ਨਵੀਂ ਫਸਲ ਜਿਹੜੀ ਆ ਉਗਾ ਰਿਹਾ ਜਿਹਦਾ ਕਦੇ ਆਗਾਜ਼ ਹੀ ਨਹੀਂ ਹੋਇਆ ਪੰਜਾਬ ਦੇ ਵਿੱਚ, ਕੋਈ ਨਵੇਂ ਐਕਸਪੈਰੀਮੈਂਟ ਕਰ ਰਿਹਾ, ਕੋਈ ਕੁਛ ਕਰ ਰਿਹਾ। ਮਤਲਬ ਮੇਰੇ ਕਹਿਣ ਦਾ ਕਿ ਪੰਜਾਬ ਦੇ ਵਿੱਚ ਰਹਿ ਕੇ ਵੀ ਪੈਸਾ ਕਮਾਇਆ ਜਾ ਸਕਦਾ। ਬਹੁਤ ਸਾਰੇ ਲੋਕ ਕਹਿਣਗੇ ਕਿ ਭਾਈ ਇਹ ਆਪ ਬਾਹਰ ਬਹਿ ਗਏ ਜਾ ਕੇ, ਤੇ ਹੁਣ ਸਾਨੂੰ ਕਹਿੰਦੇ ਆ ਵੀ ਪੰਜਾਬ 'ਚ ਪੈਸਾ ਕਮਾਇਆ ਜਾ ਸਕਦਾ। ਦੋਸਤੋ, ਗੱਲ ਹੁੰਦੀ ਹੈ ਤਜਰਬੇ ਦੀ। ਕਹਿੰਦੇ ਆ ਕਿ ਮੱਛੀ ਜਿਹੜੀ ਹੈ ਉਹ ਪੱਥਰ ਚੱਟ ਕੇ ਮੁੜਦੀ ਹੈ, ਤੇ ਇਹੀ ਹਾਲ ਵਿਦੇਸ਼ੀਆਂ ਦਾ, ਜਿਹੜੇ ਵਿਦੇਸ਼ ਦੇ ਵਿੱਚ ਚਲੇ ਗਏ ਲੋਕ ਨੇ। ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ, ਉਹ ਕਹਿਣਗੇ ਕਿ ਵਾਕਈ ਇੰਨਾ ਕੁ ਪੈਸਾ ਜਿਹੜਾ ਉੱਥੇ ਕਮਾਇਆ ਜਾ ਸਕਦਾ ਹੈ। ਹੁਣ ਮੈਂ ਇੱਕ ਸਵਾਲ ਜਿਹੜਾ ਜਨਰਲ ਜਿਹਾ ਤੁਹਾਨੂੰ ਵੀ ਪੁੱਛ ਲੈਣਾ ਕਿ ਸਾਡੇ ਘਰਾਂ ਦੀ ਕੀਮਤ ਕਿੰਨੀ ਕੁ ਹੋਏਗੀ। ਲਗਭਗ 50 ਲੱਖ ਰੁਪਈਆ ਅੱਜ ਕੱਲ੍ਹ ਹਰ ਇੱਕ ਘਰ ਦੀ ਕੀਮਤ ਹੈ, ਛੋਟੇ ਛੋਟੇ ਘਰਾਂ ਦੀ। ਤੇ ਜੇ ਜ਼ਿਆਦਾ ਵਧੀਆ ਕਹਿ ਲਈਏ ਵੀ 1 ਕਰੋੜ ਤੱਕ ਜਿਹੜੀ ਕੀਮਤ ਹੈ, ਤੇ ਅਸੀਂ ਉਹਨਾਂ ਘਰਾਂ ਦੇ ਮਾਲਕ ਹਾਂ। ਮਤਲਬ 50 ਲੱਖ ਆਮ, ਤੇ ਜੇ ਥੋੜਾ ਵਧੀਆ ਬਣਾਉਣਾ ਤੇ 1 ਕਰੋੜ ਰੁਪਈਏ ਦੀਆਂ ਜਿਹੜੀਆਂ ਕੋਠੀਆਂ ਨੇ, ਘਰ ਪਏ ਹੋਏ ਨੇ, ਸਾਡੇ ਪੰਜਾਬ 'ਚ ਆਮ ਨੇ। ਤੇ ਤੁਸੀਂ ਇਹ ਦੇਖੋ ਵੀ ਵਿਦੇਸ਼ ਦੀ ਧਰਤੀ ਦੇ ਉੱਤੇ, ਚਾਹੇ ਉਹ ਇੰਗਲੈਂਡ ਹੋਵੇ ਚਾਹੇ ਕੋਈ ਹੋਰ ਮੁਲਕ, ਇੱਥੇ 1 ਕਰੋੜ ਰੁਪਈਏ ਦਾ ਘਰ ਲੈਣ ਵਾਸਤੇ 10 ਸਾਲ ਜਿਹੜੇ ਨੇ ਉਹ ਨੱਕ ਰਗੜਨੇ ਪੈਂਦੇ ਆ, ਤੇ ਫਿਰ 25 ਸਾਲ ਦੀਆਂ ਕਿਸ਼ਤਾਂ ਚੱਲਦੀਆਂ, ਜੋ ਕਿ ਸਾਡੇ ਕੋਲ ਆਲਰੇਡੀ ਪੰਜਾਬ ਦੇ ਵਿੱਚ ਹੁੰਦਾ। ਤੇ ਜੇ ਕਹਿੰਦੇ ਆ ਕਿ ਨੀਂਹ ਜਿਸ ਬਿਜ਼ਨਸ ਦੀ, ਜਿਸ ਘਰ ਦੀ, ਜਿਸ ਸ਼ਖਸ ਦੀ ਨੀਂਹ ਮਜ਼ਬੂਤ ਹੋਵੇ ਨਾ, ਤੇ ਫਿਰ ਉਹ ਬਹਿ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਵੀ ਕਰ ਸਕਦਾ ਹੈ। ਹੁਣ ਮੈਨੂੰ ਇਹ ਦੱਸੋ ਵੀ ਜੇ ਬਾਹਰਲਿਆਂ ਦੇਸ਼ਾਂ ਦੇ ਵਿੱਚ ਤੁਸੀਂ ਇੱਕ ਘਰ ਲੈ ਲੈਂਦੇ ਹੋ, 25 ਸਾਲ ਦੀਆਂ ਕਿਸ਼ਤਾਂ ਕਰ ਲੈਂਦੇ ਹੋ, ਤੇ ਉਹਦੀ ਫਿਰ ਮੌਰਗੇਜ ਜਾਂਦੀ ਹੈ ਤੁਹਾਡੀ 600-700 ਪਾਉਂਡ ਜਾਂ 600-700 ਡਾਲਰ ਮੰਥਲੀ। ਉਹ ਹੀ ਤੁਸੀਂ ਆਲਰੇਡੀ ਜੇ ਪੰਜਾਬ ਦੀ ਗੱਲ ਕਰਾਂ ਤੇ ਉੱਥੇ ਤੁਸੀਂ ਮਾਲਕੋਂ ਕਿਸੇ ਤਰ੍ਹਾਂ ਦਾ ਕਿਰਾਇਆ ਨਹੀਂ ਦੇਣਾ, ਕਿਸੇ ਤਰ੍ਹਾਂ ਦੀ ਤੁਸੀਂ ਮੌਰਗੇਜ ਜਿਹੜੀ ਹੈ ਉਹ ਨਹੀਂ ਦੇਣੀ, ਲੋਨ ਨਹੀਂ ਦੇਣਾ। ਤੁਸੀਂ ਉੱਥੋਂ ਬੈਠ ਕੇ ਆਪਣਾ ਰੁਜ਼ਗਾਰ ਤੋਰ ਸਕਦੇ ਹੋ। ਪਰ ਅਸੀਂ ਨਹੀਂ ਤੋਰਦੇ, ਕਿਉਂਕਿ ਸਾਡੀ ਇੱਕ ਹਨੇਰੀ ਜਿਹੜੀ ਹੈ ਉਹ ਐਸੀ ਝੁੱਲ ਚੁੱਕੀ ਹੈ। ਕੁਝ ਸਾਨੂੰ ਦਿਖਾਇਆ ਇਸ ਤਰ੍ਹਾਂ ਦਾ ਗਿਆ ਕਿ ਲਓ ਜੀ, ਜੋ ਕੈਨੇਡਾ ਦੇ ਵਿੱਚ ਹੈ, ਜੋ ਇੰਗਲੈਂਡ ਦੇ ਵਿੱਚ ਹੈ, ਉਹ ਪੰਜਾਬ 'ਚ ਹੈ ਹੀ ਨਹੀਂ। ਜਦ ਕਿ ਅਸੀਂ ਉਹ ਸਾਰਾ ਕੁਝ ਪੰਜਾਬ ਦੇ ਵਿੱਚ ਬਣਾ ਸਕਦੇ ਹਾਂ, ਕਮਾਈਆਂ ਵੀ ਹੋ ਸਕਦੀਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਵੱਡੀ ਐਗਜ਼ਾਮਪਲ ਦੇ ਦਿੰਦਾ ਘਰਾਂ ਤੋਂ ਬਾਅਦ ਦੀ, ਕਿ ਕਮਾਈ ਕਿੰਨੀ ਕੁ ਹੁੰਦੀ ਹੈ। ਜੇ ਇਹਨਾਂ ਮੁਲਕਾਂ ਦੇ ਵਿੱਚ, ਜੇ ਇੰਗਲੈਂਡ ਵਰਗੇ ਮੁਲਕ ਦੇ ਵਿੱਚ ਜੇ ਬੰਦਾ ਕੋਈ 2.5-3 ਲੱਖ ਰੁਪਈਆ ਮਹੀਨੇ ਦਾ ਕਮਾਉਂਦਾ ਹੈ, ਜੇ ਰੁਪਈਆਂ 'ਚ ਕਨਵਰਟ ਕਰਕੇ ਦੇਖਦੇ ਆ, ਤਾਂ ਤਕਰੀਬਨ 2 ਲੱਖ ਰੁਪਈਆ ਉਹਦਾ ਇੱਥੇ ਹੀ ਖਰਚਿਆ ਜਾਂਦਾ ਮਹੀਨੇ ਦੀ 30 ਤਰੀਕ ਤੱਕ, ਤੇ ਬਚਿਆ ਕੀ ਪਿੱਛੇ ਲੱਖ ਰੁਪਈਆ ਜਾਂ 80,000 ਰੁਪਈਆ।
ਸੋ ਉਸ 80,000 ਦੇ ਵਿੱਚੋਂ ਵੀ ਤੁਸੀਂ ਆਪਣੇ ਖਰਚੇ ਕਰਨੇ ਨੇ, ਹੋਰ ਬਹੁਤ ਕੁਝ ਜਿਹੜਾ ਹੈ ਉਹ ਕਰਨ ਵਾਲਾ ਹੁੰਦਾ ਹੈ। ਤੇ ਜੇ ਮੈਂ ਹੁਣ ਪੰਜਾਬ ਦੀ ਗੱਲ ਕਰਾਂ ਤੇ ਕੋਈ ਵਧੀਆ ਕੰਮ ਕਰ ਤੁਸੀਂ ਸਹੇੜਿਆ ਹੋਵੇ, ਮਤਲਬ ਕੋਈ ਹੱਥੀਂ ਕਿਰਤ ਕਰਨ ਵਾਲਾ ਕੰਮ ਹੈ, ਕੋਈ ਕਾਰਪੇਂਟਰ ਹੈ, ਕੋਈ ਮਾਰਬਲ ਲਾਉਣ ਵਾਲਾ ਹੈ, ਕੋਈ ਮਿਸਤਰੀ ਹੈ, ਕੋਈ ਹੋਰ ਹੈ, ਸੋ ਮੈਨੂੰ ਨਹੀਂ ਲੱਗਦਾ ਵੀ 60-70,000 ਰੁਪਏ ਤੋਂ ਥੱਲੇ ਉਹ ਵੀ ਕਮਾਉਂਦੇ ਨੇ। ਫਿਰ ਉਹ ਬੈਠੇ ਘਰ ਪਏ ਆ, ਕਿਸੇ ਤਰ੍ਹਾਂ ਦਾ ਉਹਨਾਂ ਨੇ ਬਹੁਤਾ ਟੈਕਸ ਨਹੀਂ ਭਰਨਾ, ਕੋਈ ਮੌਰਗੇਜ, ਕੋਈ ਇੰਸ਼ੋਰੈਂਸਾਂ, ਕੁਝ ਹੋਰ, ਮਤਲਬ ਕਿ ਆਉਣ ਜਾਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਮਰਜ਼ੀ ਆਉਣਾ ਜਾਣਾ ਖੁੱਲਾ, ਆਪਣੀ ਧਰਤੀ ਦੇ ਉੱਤੇ ਬੈਠੇ ਆ, ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਪਰ ਜਦੋਂ ਆਪਾਂ ਗੱਲ ਵਿਦੇਸ਼ ਦੀ ਕਰਦੇ ਹਾਂ ਤੇ ਸਿਰਫ ਇੱਕ ਪਰਦਾ, ਕਹਿੰਦੇ ਹੁੰਦੇ ਕੰਧ ਓਲੇ ਪਰਦੇਸ। ਸੋ ਇਹ ਇਹੀ ਹਿਸਾਬ ਹੈ, ਮਤਲਬ ਕਮਾਈ ਉਹੋ ਹੀ ਹੈ, ਖਰਚੇ ਵੱਧ ਨੇ। ਜੇ ਆਪਾਂ ਗੱਲ ਕਰੀਏ ਵਿਦੇਸ਼ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਨੇ, ਜੇ ਤੁਸੀਂ ਜੋ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਹੁਣ ਦਿਨੋਂ ਦਿਨੀ ਇਹ ਸਰਕਾਰਾਂ ਜਿਹੜੀਆਂ ਵੈਸਟਰਨ ਮੁਲਕਾਂ ਦੀਆਂ ਸਰਕਾਰਾਂ ਹੈ, ਇਹ ਹੋਰ ਸ਼ਿਕੰਜਾ ਕੱਸ ਰਹੀਆਂ। ਬਿਜਲੀ ਪਾਣੀ ਦੇ ਰੇਟ ਬਹੁਤ ਵੱਧ ਚੁੱਕੇ ਨੇ, ਬਿੱਲ ਬੜੇ ਵੱਧ ਚੁੱਕੇ ਆ। ਹੁਣ ਘਰ ਲੈਣਾ ਜਿਹੜਾ ਹੈ, ਕੋਈ ਜਿਹੜੇ ਨਵੇਂ ਲੋਕ ਆਏ ਹੋਏ ਆ ਉਹਨਾਂ ਲਈ ਘਰ ਲੈਣਾ ਇੱਕ ਸੁਪਨਾ ਬਣ ਚੁੱਕਿਆ। ਮਤਲਬ ਕਿ ਇਹ ਨਹੀਂ ਮੈਂ ਕਹਿੰਦਾ ਕਿਸੇ ਨੂੰ ਮੈਂ ਨਿਰਾਸ਼ਾ ਵੱਲ ਨਹੀਂ ਧੱਕਦਾ, ਲੈ ਰਹੇ ਨੇ ਲੋਕ, ਬਹੁਤ ਕੁਛ ਹੈ, ਪਰ ਦਿਨੋਂ ਦਿਨ ਬਹੁਤ ਔਖਾ ਹੁੰਦਾ ਜਾ ਰਿਹਾ। ਹੁਣ ਤੁਸੀਂ ਕੈਨੇਡਾ ਦੇ ਹਾਲਾਤ ਵੀ ਦੇਖੇ ਹੀ ਆ, ਪਿਛਲੇ ਦਿਨੀ ਕੀ ਕੀ ਬਣਿਆ ਉੱਥੇ, ਤੇ ਹੁਣ ਉਧਰੋਂ ਵੀ ਲੋਕੀ ਕਿਨਾਰਾ ਕਰਨਗੇ। ਮੈਂ ਨਾ ਬਹੁਤ ਵਾਰ ਇਹ ਚੀਜ਼ ਜਿਹੜੀ ਆ ਉਹ ਫੀਲ ਕੀਤੀ ਹੈ ਜਦੋਂ ਪੰਜਾਬ ਜਾਣਾ ਹੁੰਦਾ। ਇਹ ਸਿਰਫ ਆਪ ਹੀ ਨਹੀਂ, ਬਹੁਤ ਸਾਰੇ ਲੋਕਾਂ ਕੋਲੋਂ ਵੀ ਸੁਣ ਲਈ ਕਿ ਯੂਪੀ ਬਿਹਾਰ ਤੋਂ ਆਏ ਹੋਏ ਕਾਮੇ ਜਿਹੜੇ ਨੇ ਪੰਜਾਬ 'ਚ 1.5 2 ਲੱਖ ਰੁਪਈਆ ਕਮਾ ਰਹੇ ਆ ਮਹੀਨੇ ਦਾ, ਤੇ ਉਹਨਾਂ ਦਾ ਖਰਚਾ ਵੀ ਕੋਈ ਨਹੀਂ। ਉਹਨਾਂ ਦੇ ਕੋਲ ਵਧੀਆ ਮੋਟਰਸਾਈਕਲ, ਵਧੀਆ ਕਾਰਾਂ, ਬ੍ਰਾਂਡਡ ਕੱਪੜੇ, ਵਧੀਆ ਆਪਣੇ ਫੋਨ ਰੱਖੇ ਹੋਏ ਨੇ, ਸਾਰਾ ਕੁਝ ਹੁੰਦਾ। ਤੇ ਤੁਸੀਂ ਇਹ ਦੇਖੋ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ ਨੂੰ ਭੱਜਦੇ ਨੇ ਕਿ ਭਾਈ ਉੱਥੇ ਕੁਝ ਬਣੂਗਾ ਜਾ ਕੇ। ਤੇ ਤੁਸੀਂ ਹੁਣ ਕੈਨੇਡਾ ਦੇ ਹਾਲਾਤ ਦੇਖ ਹੀ ਲਏ ਆ ਕਿ ਰੋਜ਼ ਹਾਰਟ ਅਟੈਕ ਹੋ ਰਹੇ ਆ, ਪ੍ਰੈਸ਼ਰ ਬਹੁਤ ਹੈ ਜ਼ਿੰਦਗੀ ਦੇ ਉੱਤੇ, ਤੁਹਾਡਾ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ, ਪਿੱਛੇ ਕਰਜ਼ਾ ਹੁੰਦਾ ਹੈ, ਸਾਰਾ ਕੁਝ ਹੈ। ਮਤਲਬ ਕਹਿਣ ਦਾ ਆ ਜਾ ਕੇ ਇਹ ਕਹੀਏ ਕਿ ਜੇ ਘੱਟ ਖਾ ਲਓ ਪਰ ਆਪਣੇ ਘਰ ਦੇ ਵਿੱਚ ਬਹਿ ਕੇ ਜਿਹੜੀ ਖਾਧੀ ਹੈ ਉਹ ਜ਼ਿਆਦਾ ਵਧੀਆ ਹੁੰਦੀ ਹੈ। ਤੇ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਜੋ ਹਾਲਾਤ ਇਸ ਵੇਲੇ ਬਣੇ ਹੋਏ ਆ ਉਹ ਕਿਸੇ ਤੋਂ ਗੁੱਝੇ ਨਹੀਂ ਹੋਏ, ਕਿ ਕਿਵੇਂ ਨਿਤ ਦਿਨ ਜਿਹੜੀਆਂ ਨੇ ਉਹ ਹਾਰਟ ਅਟੈਕਸ ਹੋ ਰਹੇ ਆ ਜਾਂ ਸਾਰਾ ਕੁਝ ਹੋ ਰਿਹਾ। ਇਹ ਸਟ੍ਰੈਸ ਹੀ ਹੈ। ਇਹ ਸਾਰਾ ਕੁਝ ਜਿਹੜਾ ਬੱਚਾ ਜਦੋਂ ਆਪਣੇ ਉੱਤੇ ਲੈ ਲੈਂਦਾ ਕਿ ਭਾਈ ਮੇਰਾ ਤਾਂ 20 ਲੱਖ ਰੁਪਈਆ ਕਰਜ਼ਾ ਵੀ ਪਿਆ ਹੋਇਆ, ਮੈਂ ਤੇ ਆ ਵੀ ਕਰਨਾ, ਮੈਂ ਉਹ ਵੀ ਕਰਨਾ, ਮੈਂ TR ਲੈਣੀ ਹੈ, ਫਿਰ ਮੈਂ PR ਲੈਣੀ ਹੈ, ਉਹ ਸਾਰਾ ਕੁਝ ਕਰਦਿਆਂ ਕਰਾਂਦਿਆਂ ਉਮਰ ਲਗਭਗ ਦੀ 40 ਤੋਂ 45 ਸਾਲ ਹੋ ਜਾਂਦੀ ਹੈ, ਜਦੋਂ ਬੰਦਾ ਇੱਕ ਤਰੀਕੇ ਨਾਲ ਐਲਾਨ ਕਰ ਸਕਦਾ ਕਿ ਲੈ ਵੀ ਅੱਜ ਮੈਂ ਸੈਟਲ। ਜਦੋਂ ਸਾਰੀ ਜਵਾਨੀ ਲੰਘ ਜਾਂਦੀ ਹੈ, 45-50 ਸਾਲ ਦਾੜੀ ਦੇ ਵਿੱਚ ਧੌਲੇ ਆਉਣ ਲੱਗ ਪੈਂਦੇ ਨੇ, ਤੇ ਫਿਰ ਬੰਦਾ ਇਹ ਐਲਾਨ ਕਰ ਸਕਦਾ ਕਿ ਭਾਈ ਮੈਂ ਸੈਟਲ ਹੋ ਗਿਆ। ਪਹਿਲਾਂ ਨਹੀਂ ਹੁੰਦਾ। ਤੇ ਜੇ ਤੁਸੀਂ ਆਪਣੀ ਧਰਤੀ ਦੇ ਉੱਤੇ ਬੈਠ ਕੇ ਥੋੜਾ ਹਾਰਡ ਵਰਕ ਕਰੋ, ਵਧੀਆ ਤਰੀਕੇ ਨਾਲ ਕੰਮ ਕਰੋ, ਤੇ ਉਹ ਸਾਰਾ ਕੁਝ ਉੱਥੇ ਮਿਲ ਜਾਂਦਾ ਹੈ। ਹੁਣ ਤੁਹਾਨੂੰ ਮੈਂ ਕੁਝ ਜਿਹੜੀਆਂ ਯੂਨੀਵਰਸਲ, ਹਾਂਜੀ ਤੁਸੀਂ ਕੈਨੇਡਾ ਦੇ ਕਿਉਂ, ਮੈਂ ਕਹਿੰਦਾ ਆਪਾਂ ਪਹਿਲਾਂ ਪੰਜਾਬ 'ਚ ਰਹਿ ਜਾਈਏ। ਮੈਂ ਗੱਲ ਕਰਨਾ ਚਾਹੁੰਦਾ ਪੰਜਾਬ ਦੀ, ਤੇ ਬਸ ਤੁਹਾਨੂੰ ਰੋਕ ਰਿਹਾ, ਤੁਹਾਡੇ ਅਗਲੇ ਸਾਲ ਤੇ ਮੈਂ ਫੇਰ ਤੁਹਾਨੂੰ ਕੈਨੇਡਾ ਵੱਲ ਆਪਾਂ ਜਾਵਾਂਗੇ। ਹਾਂਜੀ ਹਾਂਜੀ ਜੀ ਜਿੱਦਾਂ ਤੁਸੀਂ ਪੰਜਾਬ ਤੁਸੀਂ ਕਹਿ ਲਈਏ ਕਿ ਰੁਜ਼ਗਾਰ ਬਹੁਤ ਹੈ, ਤੁਸੀਂ ਕਿਹਾ ਕਿ ਘਰ 50-50 ਲੱਖ ਦੇ ਨੇ, ਜੇ ਘਰ ਵੀ ਛੱਡ ਦਈਏ ਆਪਾਂ, ਜੇ ਆਪਾਂ ਦੇਖੀਏ ਪੰਜਾਬ ਸਭ ਤੋਂ ਵੱਧ ਜਿਹੜਾ ਵਪਾਰ ਇਸ ਚੱਲਦਾ ਪਿਆ ਹੈ ਉਹ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਵਾਲਾ ਚੱਲਦਾ ਪਿਆ। ਸਭ ਤੋਂ ਵੱਧ ਵਪਾਰ ਚੱਲਦਾ ਪਿਆ ਜਿਹੜੇ ਪੰਜਾਬ 'ਚ ਵਿਦੇਸ਼ਾਂ ਨੂੰ ਭੇਜ ਰਹੇ ਨੇ। ਹੋਰ ਸਕੂਲ ਕਾਲਜ ਵਿੱਚ ਇੰਨੇ ਵਿਦਿਆਰਥੀ ਨਹੀਂ ਹੋਣਗੇ ਜਿੰਨੇ ਇਹਨਾਂ ਸੈਂਟਰਾਂ ਦੇ ਵਿੱਚ ਹੁੰਦੇ ਨੇ। ਆਈਲੈਟਸ ਸੈਂਟਰਾਂ ਵਿੱਚ ਜਿੰਨੇ ਵਿਦਿਆਰਥੀ ਹੁੰਦੇ ਨੇ ਉਹ ਸ਼ਾਇਦ ਕਾਲਜਾਂ ਵਿੱਚ ਵੀ ਨਾ ਹੋਣ, ਕਿਉਂਕਿ 12ਵੀਂ ਕਰਨ ਵਾਸਤੇ ਤਾਂ ਬਾਹਰ ਚੱਲਦੇ ਨੇ, ਕਾਲਜਾਂ ਵਿੱਚ ਉਹਨੇ ਵਿਦਿਆਰਥੀ ਨਹੀਂ ਹੋ ਪਾਉਂਦੇ ਜਿੰਨੇ ਇਹਨਾਂ ਕੋਲ ਜਾਂਦੇ ਨੇ। ਹੁਣ ਦੇਖਿਆ ਜੇ ਇੱਕ ਬੱਚਾ ਜੇ 10 ਤੋਂ 20 ਲੱਖ ਰੁਪਏ ਦੇ ਵਿੱਚ ਦੇਖੀਏ, ਜੇ ਕਿਸੇ ਕੈਨੇਡਾ ਜਾਂਦਾ ਕੋਈ 15-20 ਲੱਖ ਰੁਪਏ ਲਾ ਦਿੰਦਾ ਹੈ, ਜੇ ਕਿਸੇ ਹੋਰ ਕੰਟਰੀ ਜਾਂਦਾ ਥੋੜਾ ਘੱਟ ਲੱਗ ਜਾਂਦਾ ਹੈ। ਜੇ ਇੰਨਾ ਲੱਖ ਰੁਪਇਆ ਲਾ ਦੇ ਕੇ ਉਹ ਸਿਰਫ ਬਾਹਰ ਜਾ ਰਹੇ ਨੇ ਕਿਸੇ ਲਈ, ਇੱਕ ਸਟ੍ਰੈਸ ਲੈਣ ਲਈ, ਜਿਵੇਂ ਤੁਸੀਂ ਕਿਹਾ ਕਿ ਹੁਣ ਹਾਰਟ ਅਟੈਕ ਬਹੁਤ ਵੱਧ ਰਹੇ ਨੇ, ਪਰ ਜੇ ਉਹੀ ਪੈਸਾ ਪੰਜਾਬ ਦਾ ਜਿਹੜਾ ਉਹ ਆਈਲੈਟਸ ਸੈਂਟਰਾਂ ਨੂੰ ਦੇ ਕੇ ਬਾਹਰ ਨੂੰ ਜਾ ਰਹੇ ਨੇ, ਜੇ ਮੈਂ ਕਹਿੰਦਾ ਜੇ 4 ਸਟੂਡੈਂਟ ਜੇ ਮਿਲ ਕੇ, ਜੇ ਮੈਂ ਕਹਿੰਦਾ 15-20 ਲੱਖ ਰੁਪਏ ਜੋੜ ਕੇ ਜੇ 50 ਲੱਖ ਦਾ ਪੂਰੇ ਬਿਜ਼ਨਸ ਖੋਲਦੇ ਨੇ, ਤੁਹਾਨੂੰ ਲੱਗਦਾ ਨਹੀਂ ਕਿੰਨਾ ਅੱਗੇ ਜਾਊਗੀ ਸਾਰਾ ਉਹ ਪੰਜਾਬ ਦਾ, ਪੰਜਾਬ 'ਚ ਰਹਿ ਜਾਊਗਾ, ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲ ਜਾਊਗਾ। ਤੇ ਉਹ ਜਿਹੜੇ ਸਟ੍ਰੈਸ ਆ, ਜਿਹੜੇ ਸੀਗੇ ਕਿ ਉੱਥੇ ਲੋਕਾਂ ਨੂੰ ਘਰ ਲੈਣਾ ਇੱਕ ਸੁਪਨਾ ਹੋ ਚੁੱਕਿਆ, ਉਹ ਸਾਰੀ ਚੀਜ਼ਾਂ ਖਤਮ ਹੋ ਜਾਣਗੀਆਂ। ਤੁਸੀਂ ਇਹ ਦੇਖੋ ਜਿਹੜਾ ਉਹ 10 ਤੋਂ 20 ਲੱਖ ਰੁਪਈਆ ਤੁਸੀਂ ਕਹਿ ਰਹੇ ਹੋ ਕਿ ਏਜੰਟਾਂ ਨੂੰ ਆਪਾਂ ਦਿੰਨੇ, ਉਹ ਆਉਂਦਾ ਕਿੱਥੋਂ ਆ? ਸਾਡੇ ਘਰਾਂ ਦੇ ਵਿੱਚੋਂ ਨਿਕਲਦਾ ਨਾ। ਚਾਹੇ ਅਸੀਂ ਜਿਵੇਂ ਮਰਜ਼ੀ ਕਰਕੇ ਦਿੰਨੇ ਆ, ਜਿਵੇਂ ਮਰਜ਼ੀ ਕਰਕੇ ਦਿੰਨੇ ਆ, ਉਹ ਸਾਡੇ ਘਰਾਂ ਚੋਂ ਨਿਕਲ ਰਿਹਾ। ਉੱਥੇ ਅਸੀਂ ਕੋਈ ਰੋਜ਼ਗਾਰ ਖੋਲਣਾ ਹੋਵੇ ਤੇ ਉੱਥੇ ਅਸੀਂ ਪੈਸੇ ਨਹੀਂ ਲਾਉਣੇ। ਤੇ ਜਦੋਂ ਕਹਿ ਦੇਣਾ ਕਿਸੇ ਏਜੰਟ ਨੇ ਕਿ ਤੁਹਾਡਾ ਮੁੰਡਾ ਅਸੀਂ ਬਾਹਰ ਭੇਜ ਦਿੰਨੇ ਆ ਤੇ ਕਰੋ 20 ਲੱਖ ਦਾ ਇੰਤਜ਼ਾਮ, ਫਿਰ ਅਸੀਂ ਆਂਢੀ ਗੁਆਂਢੀ ਸਾਰੇ ਜਿਹੜੇ ਆ ਉਹ ਛਾਣ ਲੈਂਦੇ ਆ ਕਿ ਭਾਈ ਤੁਸੀਂ ਵੀ 2 ਲੱਖ ਕੱਢੋ, ਤੁਸੀਂ ਵੀ ਕੱਢੋ, ਤੇ ਜੋ ਰਹਿੰਦਾ ਖੁੰਦਾ ਸੋਨਾ ਗਹਿਣੇ ਰੱਖ ਕੇ ਤੇ ਅਸੀਂ ਉਹ ਫਿਰ 20 ਲੱਖ ਰੁਪਏ ਦੀ ਰਕਮ ਜਟਾ ਲੈਂਦੇ ਹਨਾ। ਇਹ ਸਾਡੇ ਕੋਲ ਇੰਨਾ ਪੈਸਾ, ਆਪਾਂ ਮੈਂ ਨਾ ਕਈ ਵਾਰ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਕਿ ਅਸੀਂ ਗੱਲ ਕਰਦੇ ਹੁੰਦੇ ਹਾਂ ਕਈ ਵਾਰੀ ਸਾਡੇ ਨਾਲ ਇੱਥੇ ਰੋਮੈਨੀਅਨ
ਜਾਂ ਫਿਰ ਹੋਰ, ਜਾਂ ਆਪਾਂ ਇਹ ਕਹਿ ਲਈਏ ਕਿ ਬ੍ਰਿਟਿਸ਼ ਗੋਰੇ ਵੀ ਇਹ ਸੁਣਦੇ ਆ ਕਿ ਭਾਈ ਜਿਹੜੇ ਲੋਕ ਤੁਹਾਡੇ ਪੰਜਾਬ ਤੋਂ ਇੱਥੇ ਆਉਂਦੇ ਨੇ ਕੰਮ ਕਰਨ ਲਈ ਕਿੰਨਾ ਪੈਸਾ ਲਾ ਕੇ ਆਉਂਦੇ ਨੇ। ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ 20,000 ਪਾਉਂਡ ਜਾਂ 20,000 ਯੂਰੋ ਅਸੀਂ ਲਾ ਕੇ ਇਹਨਾਂ ਮੁਲਕਾਂ ਦੇ ਵਿੱਚ ਆਉਨੇ ਆ, ਤਾਂ ਉਹ ਹੈਰਾਨ ਹੋ ਜਾਂਦੇ, ਕਹਿੰਦੇ ਤੁਹਾਡੇ ਕੋਲ ਇੰਨਾ ਪੈਸਾ ਸੀਗਾ? ਤੁਹਾਡੇ ਕੋਲ ਜੇ ਇੰਨਾ ਪੈਸਾ ਸੀ ਤਾਂ ਤੁਸੀਂ ਸਿਰਫ ਇੱਕ ਏਜੰਟ ਨੂੰ ਦੇ ਦਿੱਤਾ ਇੱਥੇ ਪਹੁੰਚਣ ਵਾਸਤੇ, ਤੇ ਫਿਰ ਉਹ ਤੁਸੀਂ ਇਕੱਠਾ ਕਿਵੇਂ ਕਰੋਗੇ? ਉਹ 20,000 ਨਾ ਤੁਸੀਂ ਐ ਕਰਕੇ, ਜਿਵੇਂ ਆਪਾਂ ਖੇਤਾਂ ਦੇ ਵਿੱਚ ਜਦੋਂ ਕਣਕ ਬੀਜਦੇ ਆ ਛੱਟਾ ਨਹੀਂ ਦਿੰਦੇ ਹੁੰਦੇ, ਸੋ ਏਦਾਂ ਖਿਲਾਰ ਦਿੱਤਾ ਤੁਸੀਂ ਉਹ 20,000, ਤੇ ਉਹਨੂੰ ਤੁਸੀਂ ਇਕੱਠਿਆਂ ਕਰਨ ਦੇ ਲਈ ਤੁਹਾਨੂੰ ਘੱਟੋ ਘੱਟ 5-7 ਸਾਲ ਲੱਗ ਜਾਂਦੇ ਆ, ਘੱਟ ਤੋਂ ਘੱਟ 5-7 ਸਾਲ ਲੱਗਦੇ ਨੇ ਲਾਉਣ ਨੂੰ, ਤੇ ਆਪਾਂ 15-20 ਸਾਲ ਵੀ ਕਹਿ ਸਕਦੇ ਆ ਕਿ ਉਹ 20,000 ਹੀ ਨਹੀਂ ਇਕੱਠਾ ਹੁੰਦਾ ਤੁਹਾਡੇ ਕੋਲੋਂ, 20,000 ਡਾਲਰ ਜਾਂ ਪਾਉਂਡ ਦੀ ਗੱਲ ਕਰਦੇ ਆ। ਸੋ ਸਾਡੇ ਘਰਾਂ ਦੇ ਵਿੱਚੋਂ ਨਿਕਲਦਾ ਹੈ। ਮੈਨੂੰ ਪਤਾ ਹੈ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਲੈ ਭਾਈ ਆ ਸਲਾਹਾਂ ਦੇ ਰਹੇ ਨੇ, ਆਪ ਇਹ ਬਾਹਰ ਬੈਠੇ ਨੇ, ਅੱਧੇ ਤੋਂ ਜ਼ਿਆਦਾ ਪੰਜਾਬ ਬਾਹਰ ਜਾ ਚੁੱਕਿਆ, ਹੁਣ ਜਿਹੜੇ ਅਸੀਂ ਰਹਿ ਗਏ ਆ ਸਾਨੂੰ ਕਹਿੰਦੇ ਆ ਵੀ ਉੱਥੇ ਰਹਿ ਜਾਓ। ਮੈਂ ਇੱਕ ਗੱਲ ਅੱਜ ਸਿੱਖੀ ਹੈ, ਜਾਂ ਕਹਿ ਲਓ ਵੀ ਮੈਂ ਤਜਰਬੇ ਤੋਂ ਕਹਿ ਲਈਏ, ਜਾਂ ਫਿਰ ਜਿੰਨਾ ਮੀਡੀਆ ਲਾਈਨ ਦੇ ਨਾਲ ਜੁੜੇ ਹੋਏ ਆ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤਜਰਬੇ ਦੇ ਨਾਲ, ਕਿ ਆਪਣੀ ਧਰਤੀ ਹਮੇਸ਼ਾ ਆਪਣੀ ਧਰਤੀ ਹੈ। ਜੋ ਘੱਟ ਖਾ ਲਓ ਵੱਧ ਖਾ ਲਓ, ਉੱਥੇ ਰਹਿ ਕੇ ਤੁਸੀਂ ਖਾ ਸਕਦੇ ਹੋ, ਕਿਉਂਕਿ ਵਿਦੇਸ਼ ਦੇ ਵਿੱਚ ਆ ਜਾਣਾ ਇਹ ਫਿਰ ਵੀ ਬਗਾਨੀਆਂ ਧਰਤੀਆਂ ਨੇ। ਇੱਥੇ ਅੱਜ ਨਹੀਂ ਤਾਂ ਕੱਲ ਤੁਹਾਡੇ ਵਾਸਤੇ ਇਹ ਬਗਾਨੇ ਨੇ, ਭਾਵੇਂ ਤੁਸੀਂ ਇੱਥੇ ਆਪਣੀਆਂ ਪ੍ਰਾਪਰਟੀਆਂ ਖਰੀਦ ਲਈਆਂ ਹੋਈਆਂ, ਪਰ ਜਿਹੜੀ ਆਪਣੀ ਧਰਤੀ ਹੈ ਉਹ ਆਪਣੀ ਹੈ। ਜੇ ਤੁਸੀਂ ਉੱਥੇ ਬੈਠੇ ਹੋ ਤਾਂ ਤੁਸੀਂ ਰਾਜੇ ਹੋ। ਜੇ ਤੁਸੀਂ ਆਪਣੀ ਧਰਤੀ ਛੱਡ ਕੇ ਪੱਕੇ ਤੌਰ ਦੇ ਉੱਤੇ ਚਲੇ ਗਏ ਕਿ ਲੈ ਭਾਈ ਇੱਥੇ ਆਉਣਾ ਹੀ ਨਹੀਂ, ਇਹ ਤਾਂ ਸਟ੍ਰੈਸਫੁਲ ਆ ਧਰਤੀ, ਇਹਨੇ ਸਾਨੂੰ ਦਿੱਤਾ ਕੱਖ ਨਹੀਂ, ਇੱਥੇ ਤਾਂ ਆਹ ਹੋ ਗਿਆ ਉਹ ਹੋ ਗਿਆ। ਹੁਣ ਨਾ ਇੱਕ ਤੁਹਾਨੂੰ ਮੈਂ ਦੱਸਦਾ, ਇੱਕ ਆਪਾਂ ਇਮੈਜਿਨਰੀ ਕ੍ਰੀਏਟ ਕਰ ਦਿੱਤੀ ਹੋਈ ਆ। ਤੁਸੀਂ ਪੁੱਛ ਲਓ ਕਿਸੇ ਨੂੰ ਜਾ ਕੇ, ਮੇਰਾ ਤਜਰਬਾ ਕਰਿਓ ਇਹ ਗੱਲ ਦਾ, ਤੁਸੀਂ ਕਿਸੇ ਨੂੰ ਪੁੱਛ ਲਿਓ ਕੱਲ ਨੂੰ, ਅੱਜ ਹੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਹੀ ਪੁੱਛੋ ਕਿਸੇ ਨੂੰ ਕਿ ਕੀ ਹਾਲ ਚਾਲ ਹੈ, ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤਾਂ ਨੂੰ। ਹਰ ਕੋਈ ਇਹ ਕਹੂਗਾ ਵੀ ਲੈ ਭਾਈ ਇੱਥੇ ਤਾਂ ਖਤਮ ਹੋ ਗਿਆ ਸਾਰਾ ਕੁਝ, ਇੱਥੇ ਤਾਂ ਸਾਰਾ ਕੁਝ ਖਤਮ ਹੋ ਗਿਆ। ਮੈਂ ਮੰਨਦਾ ਖਤਮ ਹੋ ਗਿਆ। ਸਰਕਾਰਾਂ ਨੇ ਪੰਜਾਬ ਨੂੰ ਉਸ ਟਿਕਾਣੇ ਤੇ, ਉਸ ਪੁਆਇੰਟ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਜਿੱਥੇ ਵਾਕਿਆ ਸਾਨੂੰ ਲੱਗ ਰਿਹਾ ਸਾਰਾ ਕੁਝ ਖੜਾ ਹੋ ਗਿਆ, ਖਤਮ ਹੋ ਗਿਆ। ਪਰ ਜੇ ਹੁਣ ਆਪਾਂ ਇਹ ਗੱਲ ਕਰੀਏ ਵੀ ਆਪਾਂ ਇਹ ਚੀਜ਼ਾਂ ਸੋਚ ਕੇ ਪੰਜਾਬ ਛੱਡੀ ਜਾਵਾਂਗੇ, ਫਿਰ ਤਾਂ ਅਸੀਂ ਆਪਣੀ ਧਰਤੀ ਬਿਲਕੁਲ ਹੀ ਛੱਡ ਦਿੱਤੀ, ਫਿਰ ਤਾਂ ਖਤਮ ਕਰ ਦਿੱਤਾ ਕੰਮ। ਆਪਾਂ ਆਪਣਾ ਰਹਿਣ ਬਸੇਰਾ ਨਾ ਰਿਹਾ, ਸਾਡਾ ਕੁਝ, ਸਾਡੀ ਹੋਂਦ ਜਿਹੜੀ ਹੈ, ਦੀਪ ਸਿੰਘ ਸਿੱਧੂ ਹੋਰੀ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਲੜਾਈ ਸਾਡੀ ਹੋਂਦ ਦੀ ਹੈ। ਸੋ ਆ ਛੋਟੀਆਂ ਛੋਟੀਆਂ ਚੀਜ਼ਾਂ ਉਹਦੇ ਵਿੱਚ ਪਾਉਣੀਆਂ ਵੀ ਜ਼ਰੂਰੀ ਨੇ। ਇਹ ਲੜਾਈ ਹੋਂਦ ਦੀ, ਕੈਨੇਡਾ ਦੇ ਵਿੱਚ ਬਹਿ ਕੇ ਪੱਕੇ ਪਰਮਾਨੈਂਟ ਸੈਟਲ ਹੋ ਜਾਈਏ, ਇੰਗਲੈਂਡ ਦੇ ਵਿੱਚ ਪਰਮਾਨੈਂਟ ਚਲੇ ਜਾਈਏ, ਸੋ ਇਹ ਹੋਂਦ ਦੀ ਲੜਾਈ ਫਿਰ ਨਹੀਂ, ਜੇਕਰ ਪੰਜਾਬ ਦੀ ਧਰਤੀ ਨਾਲ ਜੁੜੇ ਰਵਾਂਗੇ। ਵਿਦੇਸ਼ ਨੂੰ ਜਾਓ, ਮੈਂ ਇੱਕ ਗੱਲ ਹੋਰ ਕਹਿ ਦਿੰਦਾ ਇੱਥੇ, ਵਿਦੇਸ਼ ਜਾਓ ਜ਼ਰੂਰ, ਪਰ ਕੰਮ ਕਰਨ ਵਾਸਤੇ। ਆਪਣੇ ਮਾਈਂਡ ਦੇ ਵਿੱਚ ਇਹ ਗੱਲ ਜ਼ਰੂਰ ਰੱਖੋ ਕਿ ਅਸੀਂ ਵਾਪਸ ਮੁੜਨਾ ਹੈ, 10 ਸਾਲਾਂ ਨੂੰ ਮੁੜਨਾ ਹੈ, 15 ਨੂੰ ਮੁੜਨਾ ਹੈ, ਵਾਪਸ ਮੁੜਨਾ, ਇੱਥੇ ਪੱਕੇ ਨਹੀਂ ਰਹਿਣਾ। ਇੰਨੇ ਜੋਗੇ ਤੁਸੀਂ ਹੋ ਜਾਓ, ਆਪਣੇ ਆਪ ਨੂੰ ਇੰਨਾ ਤੁਸੀਂ ਅਮੀਰ ਕਰ ਲਓ ਕਿ ਤੁਸੀਂ ਬਾਹਰਲਿਆਂ ਮੁਲਕਾਂ ਦੇ ਵਿੱਚ ਜਾਓ ਘੁੰਮਣ ਫਿਰਨ ਵਾਸਤੇ। ਮੈਂ ਇਹ ਗੱਲ ਤੁਹਾਨੂੰ ਬਹੁਤ ਆਪਣੇ ਇਸ ਤਰੀਕੇ ਨਾਲ ਕਹਿਣੀ ਚਾਹੁੰਦਾ ਕਿ ਦੁਨੀਆ ਘੁੰਮਣ ਆਉਂਦੀ ਹੈ। ਹੁਣ ਤੁਸੀਂ ਮੈਨੂੰ ਦੱਸੋ, ਨਿਊਯਾਰਕ ਦੇ ਵਿੱਚ ਨਵਾਂ ਸਾਲ ਮਨਾਇਆ ਗਿਆ, ਇੰਗਲੈਂਡ ਦਾ ਜਿਹੜਾ ਆਪਣੇ ਲੰਡਨ ਸ਼ਹਿਰ ਹੈ, ਉੱਥੇ ਦੁਨੀਆ ਆਉਂਦੀ ਹੈ ਨਵਾਂ ਸਾਲ ਦਾ ਜਸ਼ਨ ਦੇਖਣ। ਸੋ ਉਹ ਲੋਕ ਉਹ ਨੇ ਜਿਨ੍ਹਾਂ ਦੇ ਕੋਲ ਇੰਨਾ ਸਰਮਾਇਆ, ਜਿਨ੍ਹਾਂ ਦੇ ਕੋਲ ਬੈਂਕ ਬੈਲੈਂਸ, ਜਿਨ੍ਹਾਂ ਨੇ ਇੰਨੀ ਕਮਾਈ ਕੀਤੀ ਹੋਈ ਹੈ ਕਿ ਨਵਾਂ ਸਾਲ ਵੇਖਣ ਉਹ ਲੰਡਨ ਜਾਂ ਨਿਊਯਾਰਕ ਜਾ ਰਹੇ ਨੇ। ਤੇ ਸਾਡੇ ਲੋਕ, ਅਸੀਂ ਸਿਰਫ ਡੋਂਕੀ ਲਾ ਕੇ ਜਾਂ 20 ਲੱਖ ਦੇ ਕੇ ਅਸੀਂ ਬਾਹਰ ਤੱਕ ਆ ਰਹੇ ਹਾਂ। ਸਾਡੀ ਇੰਨੀ ਕੁ ਅੱਜ ਮਾੜੀ ਦਸ਼ਾ ਹੋ ਚੁੱਕੀ ਹੈ। ਸੋ ਆਪਣੇ ਆਪ ਨੂੰ ਇੰਨਾ ਕੈਪੇਬਲ ਕਰ ਲਓ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਸਿਰਫ ਘੁੰਮਣ ਜਾਓ, ਤੁਹਾਡਾ ਕੰਮਕਾਰ ਸਾਰਾ ਕੁਝ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਸੈਟਲ ਹੋਵੇ। ਅੱਜ ਤੁਸੀਂ ਵਿਦੇਸ਼ ਦੇ ਵਿੱਚ ਵੀ ਰਹਿੰਦੇ ਹੋ, ਵਿਦੇਸ਼ ਦਾ ਚਾਹ ਹੁੰਦਾ, ਮੈਨੂੰ ਪਤਾ ਹੈ ਕਿ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਪੰਜਾਬੀਆਂ ਨੂੰ ਖਾਸ ਤੌਰ ਤੇ ਵਿਦੇਸ਼ ਦਾ ਚਾਹ ਹੁੰਦਾ। ਸੋ ਵਿਦੇਸ਼ ਜਾਓ ਜ਼ਰੂਰ, ਘੁੰਮੋ ਫਿਰੋ, ਰਹੋ, ਜੇ ਰਹਿਣਾ ਥੋੜੀ ਦੇਰ ਰਹੋ, ਪਰ ਇੱਕ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਚੀਜ਼ ਬਿਠਾ ਕੇ ਚੱਲਿਓ ਕਿ ਵਾਪਸ ਜਾਣਾ, ਆਪਣੀ ਧਰਤੀ ਦੇ ਉੱਤੇ ਵਾਪਸ ਜਾਣਾ। ਨਵੇਂ ਸਾਲ 2023 ਦੇ ਵਿੱਚ ਸਾਡਾ ਪਹਿਲਾ ਪ੍ਰੋਗਰਾਮ ਹੈ, ਤੇ ਮੈਂ ਚਾਹੁੰਦਾ ਕਿ ਇਹਦੇ ਵਿੱਚ ਕੋਈ ਮੈਸੇਜ ਇਸ ਤਰ੍ਹਾਂ ਦਾ ਦਈਏ ਜਿਹਨੂੰ ਕੁਝ ਲੋਕ ਜਿਹੜੇ ਆ ਅਪਣਾਉਣ, ਕੁਝ ਹੀ ਲੋਕ ਅਪਣਾਉਣ, ਭਾਵੇਂ 10 ਲੋਕ। ਤੁਸੀਂ ਨੌਜਵਾਨ ਹੋ, 20 ਸਾਲ 25 ਸਾਲ ਦੀ ਉਮਰ ਦੇ ਵਿੱਚ ਆਏ ਹੋ, ਕਮਾਈ ਕਰੋ 5-7 ਸਾਲ 10 ਸਾਲ ਕਮਾਈ ਕਰੋ, ਪਰ ਇਹ ਗੱਲ ਸੋਚ ਲਓ ਵੀ ਵਾਪਸ ਜਾਣਾ। ਜੇ ਤੁਸੀਂ ਆਪਣੀ ਧਰਤੀ ਤੋਂ ਦੂਰ ਹੋ ਗਏ ਤਾਂ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ। ਆਪਣੀ ਧਰਤੀ 'ਚ ਛੱਡ ਦਿੱਤੀ, ਵਿਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਸੈਟਲ ਹੋ ਗਏ, ਤੀਜੀ ਚੌਥੀ ਪੀੜ੍ਹੀ, ਅੱਜ ਪਤਾ ਹੀ ਹੈ ਸਾਨੂੰ ਕੀ ਚੱਲ ਰਿਹਾ ਵਿਦੇਸ਼ਾਂ ਦੇ ਵਿੱਚ। ਹੌਲੀ ਹੌਲੀ ਜਜ਼ਬ ਹੋ ਜਾਊਗੀ ਜਿਹੜੀ ਸਾਡੀ ਕੌਮ ਹੈ ਜਾਂ ਫਿਰ ਪੰਜਾਬੀਅਤ ਹੈਗੀ ਹੈ। ਸੋ ਜਿੱਥੇ ਆਪਾਂ ਗੱਲ ਕਰਦੇ ਹਾਂ ਨਾ ਦੀਪਨ ਕਿ ਅਸੀਂ ਵਿਦੇਸ਼ਾਂ ਨੂੰ ਜਾ ਰਹੇ ਹਾਂ, ਤੇ ਦੂਜਾ ਨੰਬਰ ਇਹ ਹੋ ਰਿਹਾ ਕਿ ਬਾਹਰੋਂ ਪ੍ਰਵਾਸੀ ਆ ਕੇ ਸਾਡੀਆਂ ਜ਼ਮੀਨਾਂ ਖਰੀਦ ਰਹੇ ਨੇ। ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਆਲੇ ਦੁਆਲੇ 1-2 ਘਰ ਛੱਡ ਕੇ ਪ੍ਰਵਾਸੀਆਂ ਨੇ ਆਪਣਾ ਪਲਾਟ ਲਿਆ, ਉੱਤੇ ਵਧੀਆ ਘਰ-ਬਾਰ ਪਾਇਆ ਤੇ ਉਹ ਰਹਿ ਰਹੇ ਨੇ।
ਸੋ ਇਹ ਹਜੇ 3-4 ਘਰ ਛੱਡ ਕੇ ਹਾਂਜੀ ਹਾਂਜੀ ਇੱਕ ਵੱਡਾ ਕਾਰਨ ਹੈ ਦਲਜੀਤ ਸਿੰਘ ਜੀ, ਇੱਕ ਨਾ ਪੰਜਾਬੀਆਂ ਦੇ ਦਿਮਾਗ ਦੇ ਵਿੱਚ ਨਾ ਇੱਕ ਟ੍ਰੈਂਡ ਸੈੱਟ ਕਰ ਦਿੱਤਾ ਗਿਆ ਹੈ, ਇੱਕ ਚੀਜ਼ ਨੂੰ ਦਿਮਾਗ ਦੇ ਵਿੱਚ ਨਾ ਫਿੱਟ ਕਰ ਦਿੱਤੀ ਗਈ ਹੈ ਕਿ ਕੈਨੇਡਾ, ਅਮਰੀਕਾ ਜਾਂ ਬਾਹਰ ਦੇ ਦੇਸ਼ ਤੁਹਾਡੇ ਵਾਸਤੇ ਐਂਡ ਨੇ, ਕਿ ਜੇ ਉੱਥੇ ਪਹੁੰਚਣਾ ਬਸ ਸਾਰਾ ਕੁਝ ਖਤਮ ਹੈ, ਤੁਸੀਂ ਕੁਝ ਨਹੀਂ ਕਰਨਾ, ਬਸ ਉੱਥੇ ਪਹੁੰਚਣਾ ਹੀ ਤੁਹਾਡਾ ਕਹਿ ਲਓ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਏਮ ਹੈ। ਉਹਨੇ ਦਿਮਾਗ ਵਿੱਚ ਇਹ ਚੀਜ਼ ਇਸ ਤਰੀਕੇ ਦੇ ਨਾਲ ਵਸਾ ਦਿੱਤੀ ਗਈ ਹੈ, ਉਹਨਾਂ ਨੂੰ ਅੱਗੇ ਕੁਝ ਨਹੀਂ ਪਤਾ, ਉਹਨਾਂ ਨੂੰ ਕਹੋ ਕਿ ਅੱਗੇ ਅਸੀਂ ਮਿਹਨਤ ਕਰਨੀ ਪੈਣੀ ਹੈ, ਉਹ ਮਿਹਨਤ ਉਰੀ ਹੋਏਗੀ ਉੱਥੇ ਹੋ ਜਾਂਦੀ ਹੈ, ਉਹ ਗੱਲਾਂ ਹੋਰ ਨੇ, ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਬਹੁਤ ਕਿਉਂਕਿ ਤਗੜੇ ਤਰੀਕੇ ਨਾਲ ਫਿੱਟ ਕਰ ਦਿੱਤੀ ਗਈ ਹੈ ਕਿ ਸਿਰਫ ਬਾਹਰ ਜਾਣਾ ਹੀ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਏਮ ਹੈ। ਇਸੇ ਕਰਕੇ ਹੈ ਕਿ ਬਸ ਉੱਥੇ ਉਹਨਾਂ ਲੋਕਾਂ ਦਾ ਏਮ ਬਣ ਚੁੱਕਿਆ। ਇਹਦੇ ਵਿੱਚ ਕਈ ਤਰ੍ਹਾਂ ਲੋਕ ਆ ਜਾਂਦੇ ਨੇ, ਕਈ ਸੋਚਦੇ ਨੇ ਬਾਹਰ ਜਾਣ ਸਾਡੀ ਜ਼ਿੰਦਗੀ ਸੈੱਟ ਹੋ ਜਾਏਗੀ, ਉਹਦੇ ਸਹੀ ਮੁੱਲ ਨਹੀਂ ਮਿਲਦਾ, ਉੱਥੇ ਸਹੀ ਮੁੱਲ ਮਿਲ ਜਾਏਗਾ, ਪਰ ਬਥੇਰੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਸਿਰਫ ਇੱਕ ਨਾ ਜਿਵੇਂ ਹੁੰਦੇ ਨੇ ਬ੍ਰਾਂਡ ਪਾ ਲਿਆ ਸੀ ਕੱਪੜਾ, ਉਹਨਾਂ ਵਾਸਤੇ ਇੱਕ ਬ੍ਰਾਂਡ ਹੈ ਕੈਨੇਡਾ, ਅਮਰੀਕਾ, ਕਿ ਅਸੀਂ ਇੱਕ ਬ੍ਰਾਂਡ ਵਿੱਚ ਚਲੇ ਗਏ ਸੀ। ਅਸਲ ਜੋ ਹਾਂਜੀ ਮੈਂ ਉਹੀ ਗੱਲ ਹਾਂਜੀ ਬ੍ਰਾਂਡ ਬਣ ਚੁੱਕੇ ਆ, ਉਹੀ ਬੱਚੇ ਜੋ ਬ੍ਰਾਂਡ ਤੌਰ ਤੇ ਕੈਨੇਡਾ ਜਾ ਰਹੇ ਨੇ, ਮੈਂ ਤੁਹਾਨੂੰ ਕਿਹਾ ਕਿ ਉਹ 20 ਲੱਖ ਰੁਪਏ ਲੈ ਕੇ ਜਾ ਰਹੇ ਨੇ। ਮੈਂ ਕਹਿੰਦਾ ਦਲਜੀਤ ਸਿੰਘ 10 ਬੰਦੇ, ਜੇ 10 ਬੱਚੇ ਇਹ ਸਟੂਡੈਂਟ ਆਪਣਾ 20 ਲੱਖ ਰੁਪਏ ਜੋੜ ਕੇ ਇੱਕ ਬਿਜ਼ਨਸ ਸਟਾਰਟ ਕਰ ਲੈਣ, 2 ਕਰੋੜ ਦਾ ਬਿਜ਼ਨਸ ਖੜਾ ਹੋ ਜਾਊਗਾ ਦਲਜੀਤ ਸਿੰਘ ਜੀ, ਤੇ ਉਹਦੇ ਵਿੱਚ ਕਿੰਨਿਆਂ ਨੂੰ ਰੁਜ਼ਗਾਰ ਮਿਲ ਜੂਗਾ। ਅੱਜ ਨਾ ਕੱਲ ਆਪਣਾ ਟਰਨਓਵਰ ਸਾਰਾ ਕੱਢ ਲੈਣਗੇ, ਬਹੁਤ ਵਧੀਆ, ਉਹਨਾਂ ਨੂੰ ਵਧੀਆ ਇਨਕਮ ਮਿਲ ਜਾਣੀ ਹੈ। 2 ਕਰੋੜ ਦਾ ਬਿਜ਼ਨਸ ਖੜਾ ਹੋਣਾ ਆਪਣੇ ਆਪ ਵਿੱਚ ਮਾਇਨੇ ਰੱਖਦਾ ਹੈ। ਹਾਲਾਂਕਿ ਇੱਕ 20 ਲੱਖ ਵੀ ਬਹੁਤ ਹੁੰਦਾ ਬਿਜ਼ਨਸ ਖੜਾ ਕਰਨ ਨੂੰ, ਚਲਾਉਣ ਲਈ, ਜਿਹਨੇ ਚਲਾਉਣਾ ਹੋਵੇ, ਪਰ ਆਪਾਂ ਨੂੰ ਇੱਕ ਟ੍ਰੈਂਡ ਪਾ ਦਿੱਤਾ ਗਿਆ ਨਾ ਕਿ ਇੱਕ ਤਾਂ 2 ਤਰ੍ਹਾਂ ਦੇ ਲੋਕ ਆ ਚੁੱਕੇ ਨੇ। ਇੱਕ ਨੂੰ ਲੱਗਦਾ ਕਿ ਉਰੇ ਪੜ੍ਹ ਲਿਖ ਕੇ ਨੌਕਰੀਆਂ ਨਹੀਂ ਮਿਲਦੀਆਂ, ਠੀਕ ਹੈ, ਨਹੀਂ ਮਿਲਦੀਆਂ, ਉਹ ਪੜ੍ਹੀ ਉਰੇ ਸਟੱਡੀ ਦੀ ਵੈਲਿਊ ਨਹੀਂ ਹੈ। ਫਿਰ ਤੇ ਆਵਾਂਗੇ ਸਵਾਲ ਦੇ ਉੱਤੇ ਵੀ ਕਿ ਉੱਥੇ ਬਾਹਰ ਦੇਸ਼ਾਂ ਦੀ ਸਟੱਡੀ ਦੀ ਕੀ ਵੈਲਿਊ ਹੈ। ਇੱਕ ਤਾਂ ਉਰੇ ਪਤਾ ਕਿ ਸਾਨੂੰ ਸਾਡੀ ਪੜ੍ਹਾਈ ਦਾ ਮੁੱਲ ਨਹੀਂ ਮਿਲਣਾ, ਚਲੋ ਠੀਕ ਹੈ, ਮੰਨਦੇ ਆ ਨਹੀਂ ਮਿਲਣਾ, ਉਸ ਚੀਜ਼ ਦਾ ਉਹਨਾਂ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ, ਇਹਦੇ ਵਿੱਚ ਕੋਈ ਆਪਾਂ ਲੁਕੋ ਵੀ ਨਹੀਂ ਸਕਦੇ। ਦੂਜੀ ਚੀਜ਼ ਇਹ ਹੈ ਕਿ ਇੱਕ ਦੂਜੀ ਕਿਹੜੀ ਆਹ ਲੋਕ ਨੇ, ਉਹਨਾਂ ਇੱਕ ਟ੍ਰੈਂਡ ਪਾ ਦਿੱਤਾ ਗਿਆ ਕਿ ਬਾਹਰ ਜਾ ਕੇ ਹੀ ਤੁਹਾਡੀ ਇੱਕ ਨਾਮ ਹੋਏਗਾ, ਤੁਸੀਂ ਬਾਹਰ ਹੋ, ਤੁਸੀਂ ਕੈਨੇਡਾ ਵਾਲੇ ਹੋ, ਤੁਸੀਂ ਅਮਰੀਕਾ ਵਾਲੇ ਹੋ, ਤੁਸੀਂ ਲੰਡਨ ਵਾਲੇ ਹੋ, ਇਹ ਇੱਕ ਪ੍ਰੋਫਾਈਲ ਬਣ ਗਈ। ਇੱਕ ਪੁਆਇੰਟ ਬਹੁਤ ਜ਼ਰੂਰੀ ਹੈ, ਇਹ ਮੈਂ ਤੁਹਾਨੂੰ ਕਰ ਦੇਣਾ ਕਲੀਅਰ, ਫਿਰ ਤੁਸੀਂ ਅੱਗੇ ਤੁਰਿਓ, ਕਿ ਇੱਥੇ ਨੌਕਰੀਆਂ ਨਹੀਂ ਮਿਲਦੀਆਂ, ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ। ਇਹੀ ਸਾਡੀ ਸ਼ਿਕਾਇਤ ਹੈ ਨਾ। ਮੈਂ ਲੱਖ ਵਾਰੀ ਮਾੜਾ ਕਹਿਣਾ ਸਰਕਾਰਾਂ ਨੂੰ, ਸਰਕਾਰਾਂ ਹੈ ਵੀ ਮਾੜੀਆਂ, ਪੰਜਾਬ ਦੇ ਵਿਰੋਧੀ ਨੇ, ਪੰਜਾਬ ਨੂੰ ਇੱਕ ਜਿੱਦਾਂ ਬ੍ਰਿਟਿਸ਼ ਨੇ ਕਲੋਨੀ ਦੇ ਤੌਰ ਦੇ ਉੱਤੇ ਪੂਰੇ ਭਾਰਤ ਨੂੰ ਵਰਤਿਆ, ਇਸੇ ਤਰ੍ਹਾਂ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਿੰਦਾ ਕਿ ਪੰਜਾਬ ਨਾਲ ਇਸ ਤਰ੍ਹਾਂ ਦਾ ਟਰੀਟ ਹੁੰਦਾ ਕਿ ਇੱਥੇ ਰੋਜ਼ਗਾਰ ਨਹੀਂ ਦੇਣਾ, ਇੱਥੇ ਜਿਹੜੀ ਹੈ ਇਕੋਨਮੀ ਇਹਨਾਂ ਦੀ ਦੱਬਣੀ ਹੈ, ਇਹਨਾਂ ਦੀ ਨੌਜਵਾਨੀ ਖਤਮ ਕਰਨੀ ਹੈ। ਉਹ ਸਾਰਾ ਕੁਝ ਆਪਾਂ ਮੰਨ ਕੇ ਚੱਲ ਲੈਂਦੇ, ਸਾਰਾ ਕੁਝ ਮੰਨਦੇ ਆਪਾਂ, ਪਰ ਜਿਹੜੀਆਂ ਆਪਾਂ ਸਰਕਾਰੀ ਨੌਕਰੀਆਂ ਦੀ ਇੱਛਾ ਜਿਹੜੀ ਹੈ ਉਹ ਕਿੱਥੋਂ ਸਾਡੇ ਵਿੱਚ ਆਈ? ਸਰਕਾਰੀ ਨੌਕਰੀਆਂ ਕਰਨ ਦੀ ਇੱਛਾ ਪੰਜਾਬੀਆਂ ਦੇ ਵਿੱਚ ਕਿੱਥੋਂ ਆਈ? ਅਸੀਂ ਜਦੋਂ ਜੰਮਦੇ ਆ ਨਾ, ਮੈਂ ਵੀ ਸੁਣਿਆ ਛੋਟੇ ਹੁੰਦੇ ਆ, ਬਚਪਨ ਦੇ ਵਿੱਚ ਅਸੀਂ ਵੀ ਸੁਣਿਆ ਕਿ ਸਰਕਾਰੀ ਨੌਕਰੀ ਕਰਨੀ, ਬੱਚੇ ਸਾਡੇ ਮਾਪਿਓ ਕਹਿੰਦੇ ਆ ਕਿ ਕਿਸੇ ਸਰਕਾਰੀ ਨੌਕਰੀ ਦੇ ਉੱਤੇ ਲੱਗ ਗਏ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਸਵਰ ਜਾਊਗੀ। ਹੁਣ ਬਾਹਰਲੇ ਦੇਸ਼ਾਂ ਜਾ ਕੇ ਤੁਸੀਂ ਕਿੰਨੀਆਂ ਕਿ ਸਰਕਾਰੀ ਨੌਕਰੀਆਂ ਕਰ ਰਹੇ ਹੋ? ਜਿੰਨੀ ਸਾਡੀ ਜਨਤਾ ਬਾਹਰਲੇ ਦੇਸ਼ਾਂ ਦੇ ਵਿੱਚ ਹੈ, ਉਹ ਕਿੰਨੀਆਂ ਕਿ ਸਰਕਾਰੀ ਨੌਕਰੀ ਕਰ ਰਹੀ ਹੈ। ਕਿੰਨੇ ਕੁ ਆਰਮੀ ਦੇ ਵਿੱਚ ਨੇ, ਆਰਮੀ ਸਰਕਾਰੀ ਹੁੰਦੀ ਹੈ ਨਾ, ਕਿੰਨੇ ਕੁ ਪੁਲਿਸ ਦੇ ਵਿੱਚ ਨੇ, ਜਾਂ ਫਿਰ ਹੋਰ। ਮਤਲਬ ਕਹਿਣ ਦਾ ਕਿ ਅਸੀਂ ਜੌਬਾਂ ਨੌਕਰੀਆਂ ਦੀ ਭਾਲ ਕਰਦੇ ਕਿਉਂ ਆ? ਸਰਕਾਰ ਤੋਂ ਆਸ ਕਿਉਂ ਰੱਖਦੇ ਆ? ਸਰਕਾਰ ਤਾਂ ਭ੍ਰਿਸ਼ਟ ਹੈ, ਸਰਕਾਰ ਤੁਹਾਨੂੰ ਖਾਣ ਨੂੰ ਬੈਠੀ ਹੋਈ ਹੈ। ਤੁਸੀਂ ਕਿਉਂ ਨਹੀਂ ਮਾਲਕ ਬਣਦੇ, ਨੌਕਰ ਬਣਨ ਦੀ ਬਜਾਏ? ਨੌਕਰੀ ਕਰਨੀ, ਨੌਕਰੀ ਦਾ ਮਤਲਬ ਹੁੰਦਾ ਮੈਂ ਨੌਕਰ ਬਣ ਜਾਣਾ। ਬਿਜ਼ਨਸ ਸਟਾਰਟ ਕਰਨਾ, ਤੁਸੀਂ ਮਾਲਕ ਬਣ ਰਹੇ ਹੋ, ਤੁਸੀਂ ਕਿਉਂ ਨਹੀਂ ਮਾਲਕ ਬਣਦੇ? ਤੁਸੀਂ ਜਿਹੜੀ ਨੌਕਰੀ ਕਰੋਗੇ ਤਾਂ ਸਾਰੀ ਉਮਰ ਸਲੂਟ ਮਾਰਦੇ ਰਹੋਗੇ, ਸਾਰੀ ਉਮਰ ਤੁਸੀਂ ਜੀ ਸਾਹਿਬ ਜੀ ਸਰ ਕਰਦੇ ਰਹਿਣਾ। ਤੇ ਜੇ ਤੁਸੀਂ ਆਪਣਾ ਬਿਜ਼ਨਸ ਸੈਟਅਪ ਕਰਦੇ ਹੋ ਤਾਂ ਤੁਸੀਂ ਮਾਲਕ ਹੋ, ਤੁਸੀਂ ਲੋਕਾਂ ਨੂੰ ਨੌਕਰੀ ਤੇ ਰੱਖ ਸਕਦੇ ਹੋ। ਆਹ ਕੀੜਾ ਬਹੁਤ ਵੱਡਾ ਹੈ ਕਿ ਜੌਬਾਂ ਨਹੀਂ ਮਿਲਦੀਆਂ, ਸਰਕਾਰੀ ਨੌਕਰੀਆਂ ਨਹੀਂ, ਟੀਚਰ ਧੱਕੇ ਖਾਈ ਜਾਂਦੇ। ਉਹ ਕਈ ਜਿਹੜੇ ਬੰਦੇ ਨੇ, ਜਿਹੜੇ ਨੌਜਵਾਨ ਨੇ ਇੰਨੀ ਕੁ ਐਜੂਕੇਸ਼ਨ ਹਾਇਰ ਜਿਹੜੀ ਹੈ ਹਾਸਲ ਕਰ ਲਈ ਹੈ ਕਿ ਉਹ ਟੀਚਰ ਬਣਨ ਦੇ ਕਾਬਲ ਹੈ। ਮਤਲਬ ਕਹਿਣ ਦਾ ਵੀ ਕੋਈ, ਮੰਨ ਲਓ ਕਿਸੇ ਨੇ ਕੋਈ BA ਕੀਤੀ ਹੋਈ ਹੈ, ਕਿਸੇ ਨੇ MA ਕੀਤੀ ਹੋਈ ਹੈ, B.Ed ਕੀਤੀ ਹੋਈ ਹੈ, ਸੋ ਇੰਨਾ ਕੁ ਉਹ ਮਤਲਬ ਕਾਬਲ ਹੋ ਜਾਂਦਾ ਹੈ ਐਜੂਕੇਸ਼ਨ ਦੇ ਪ੍ਰਭਾਵ ਦੇ ਨਾਲ ਕਿ ਉਹ ਕਿਸੇ ਵੀ ਫੀਲਡ ਦੇ ਵਿੱਚ ਤਰੱਕੀ ਕਰ ਸਕਦਾ। ਇਹ ਨਹੀਂ ਕਿ ਜੇ ਉਹਨੇ ਜਿਹੜੇ ਟੀਚਰ ਬਣਨ ਵਾਸਤੇ ਜਿਹੜੀ ਐਜੂਕੇਸ਼ਨ ਲਈ ਹੈ ਤਾਂ ਉਹ ਉੱਧਰ ਹੀ ਜਾਊਗਾ, ਨਹੀਂ ਤੇ ਡਾਂਗਾ ਖਾਊਗਾ। ਮਤਲਬ ਉਹਦਾ ਦਿਮਾਗ ਇੰਨਾ ਕੈਪੇਬਲ ਹੋ ਜਾਂਦਾ ਜਦੋਂ ਕੋਈ ਸਟੱਡੀ, ਯਾਰ ਜਿਹਨੇ 12 ਕਰ ਲਈਆਂ ਨਾ, ਮੇਰੇ ਹਿਸਾਬ ਦੇ ਨਾਲ ਉਹ ਇੰਨਾ ਕੁ ਰੌਸ਼ਨ ਦਿਮਾਗ ਹੋ ਜਾਂਦਾ ਹੈ ਕਿ ਉਹ ਕੁਝ ਵੀ ਕਿਸੇ ਪਾਸੇ ਨੂੰ ਵੀ ਜਾ ਸਕਦਾ। ਤੁਹਾਨੂੰ ਰੱਬ ਨੇ ਦਿਮਾਗ ਬਖਸ਼ਿਆ, ਤੁਸੀਂ ਨੌਕਰੀਆਂ ਵਾਲੇ ਪਾਸੇ ਕਿਉਂ ਭੱਜਦੇ ਹੋ? ਤੁਸੀਂ ਆਪਣਾ ਬਿਜ਼ਨਸ ਸੈਟਅਪ ਕਰੋ। ਅੱਜ ਤਾਂ ਬਹੁਤ ਕੁਝ ਹੈ, ਅੱਜ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜੀ। ਦਲਜੀਤ ਸਿੰਘ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ। ਤੁਸੀਂ ਹੁਣੇ ਕੁਝ ਦੱਸਿਆ ਸੀ ਸਰਕਾਰੀ ਨੌਕਰੀਆਂ ਕਿੰਨੇ ਕੁ ਪੰਜਾਬ ਦੇ ਲੋਕ ਉੱਥੇ ਆ ਕੇ ਕਰਦੇ ਨੇ,
ਮੈਂ ਹੁਣ ਹੂੰ, ਸਵਾਲ ਪੁੱਛਾਂਗਾ, ਉਸ ਵਿੱਚ ਦੋ ਗੱਲਾਂ ਮਿਕਸ ਹੋਣਗੀਆਂ ਮੇਰੀਆਂ। ਜੋ ਵਿਦੇਸ਼ਾਂ ਦੇ ਵਿੱਚ ਜੋ ਲੋਕ ਸਟੱਡੀ ਕਰਦੇ ਨੇ, ਉਹ ਸਟੱਡੀ ਦਾ ਉਹਨਾਂ ਨੂੰ ਕੀ ਮੁੱਲ ਮਿਲਦਾ ਹੈ? ਦੂਜਾ, ਉੱਥੇ ਸਰਕਾਰੀ ਨੌਕਰੀ ਜਿਹੜੇ ਨਹੀਂ ਕਰਦੇ, ਉਸਦਾ ਕਾਰਨ ਕੀ ਹੈ? ਮਤਲਬ ਕਿ ਜੋ ਉਰੇ ਕਹਿ ਲਓ ਕਿ ਸਰਕਾਰੀ ਨੌਕਰੀ ਹੋਣਾ ਭਾਰਤ ਵਿੱਚ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਉਹ ਕਹਿ ਲਓ ਕਿ ਉਹਨੂੰ ਰਾਜ ਹੀ ਸਮਝ ਆਉਂਦਾ ਜੋ ਜਿਹਦੇ ਕੋਲ ਸਰਕਾਰੀ ਨੌਕਰੀ ਹੁੰਦੀ ਹੈ, ਕਿ ਹਾਂ ਬੰਦਾ ਸਰਕਾਰੀ ਹਾਂਜੀ, ਨੌਕਰੀ। ਹਾਂਜੀ, ਤੇ ਜੀ, ਜੀ, ਜੀ। ਇਸ ਦੀ ਬਾਹਰ ਕੀ ਬੁੱਕਤ ਹੈ? ਇਸ ਦੀ ਵਿਦੇਸ਼ਾਂ ਦੇ ਵਿੱਚ ਸਰਕਾਰੀ ਨੌਕਰੀ ਦੀ ਕੀ ਵੈਲਿਊ ਹੈ ਤੇ ਉੱਥੇ ਸਟੱਡੀ ਦੀ ਕੀ ਵੈਲਿਊ ਹੈ? ਦੇਖੋ, ਇੱਥੇ ਸਰਕਾਰੀ ਜੌਬ ਦੀ ਜਾਂ ਪ੍ਰਾਈਵੇਟ ਜੌਬ ਦੀ ਸਾਰੀ ਬਰਾਬਰਤਾ ਹੈ। ਕੋਈ ਇਹ ਨਹੀਂ ਹੈ ਕਿ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਤਾਂ ਤੁਸੀਂ ਜ਼ਿਆਦਾ ਜਿਹੜੇ ਲਾਹੇਵੰਦ ਰਹੋਗੇ। ਮਤਲਬ ਇੰਨਾ ਕੁ ਹੁੰਦਾ ਵੀ ਭਾਈ, ਉਹ ਕਹਿੰਦੇ ਵੀ ਜਿਹੜਾ ਆਰਮੀ ਦੇ ਵਿੱਚ ਵਿਚਰਿਆ, ਮਤਲਬ ਆਰਮੀ ਦੇ ਵਿੱਚ ਜਿਹਨੇ ਆਪਣਾ ਸਮਾਂ ਸਪੈਂਡ ਕੀਤਾ ਹੈ, ਉਹਨੂੰ ਥੋੜੀ ਪ੍ਰੈਫਰੈਂਸ ਦੇ ਦਿੰਦੇ ਆ। ਮਤਲਬ ਕਿ ਬਈ ਇਹਨੇ ਦੇਸ਼ ਵਾਸਤੇ ਸਰਵ ਕੀਤਾ ਹੈ, ਸੋ ਉਹਨਾਂ ਦਾ ਇੱਕ ਅਲੱਗ ਕਾਲਮ ਜ਼ਰੂਰ ਬਣਾਇਆ ਹੋਇਆ। ਪਰ ਉਸ ਤੋਂ ਇਲਾਵਾ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈ ਜਿਹੜੀ ਪ੍ਰਾਈਵੇਟ ਵਾਲੇ ਨੂੰ ਨਹੀਂ ਮਿਲਦੀ। ਪ੍ਰਾਈਵੇਟ ਵਾਲੇ ਵੀ ਸਰਕਾਰੀ ਜੌਬਾਂ ਦੇ, ਸਰਕਾਰੀ ਨੌਕਰੀਆਂ ਦੇ ਬਰਾਬਰ ਦੇ ਨੇ ਯਾਰ। ਇੱਥੇ ਸਾਰਾ ਕੁਝ ਬੈਂਕ, ਉਸ ਤੋਂ ਬਾਅਦ ਡਾਕਟਰਸ, ਜਾਂ ਫਿਰ ਜਿਹੜੇ ਹੋਰ ਕੋਈ ਕਿਸੇ ਵੀ ਕਿੱਤੇ ਦਾ ਤੁਸੀਂ ਨਾਮ ਲੈ ਲਓ, ਸਾਰੇ ਪ੍ਰਾਈਵੇਟ ਨੇ। ਕੋਈ ਸਰਕਾਰੀ ਨੌਕਰੀ ਦਾ, ਪ੍ਰਾਈਵੇਟ ਨੌਕਰੀ ਦਾ ਰੌਲਾ ਨਹੀਂ ਹੈ। ਨੌਕਰੀ ਦਾ ਰੌਲਾ ਜਾਂ ਫਿਰ ਆਪਣੇ ਬਿਜ਼ਨਸ ਦਾ ਰੌਲਾ, ਕਿ ਮੈਂ ਬਿਜ਼ਨਸ ਕਰਨਾ ਹੈ, ਮੈਂ ਜੌਬ ਕਰਨੀ ਹੈ। ਜੌਬ ਹੋਣੀ ਚਾਹੀਦੀ ਹੈ, ਉਹ ਕਾਨੂੰਨ ਦੇ ਆਧਾਰ ਤੋਂ, ਸਾਰੇ ਕਾਨੂੰਨ ਦੇ ਉਹ ਜਿਹੜੇ ਲਾਅ ਫੋਲੋ ਕਰਨਗੇ, ਜਿਹੜੇ ਤੁਹਾਡੇ ਮਾਲਕ ਹੋਣਗੇ, EMPLOYEES ਹੋਣਗੇ, ਸੋ ਉਸ ਹਿਸਾਬ ਨਾਲ ਤੁਹਾਨੂੰ ਤਨਖਾਹ ਮਿਲਣੀ ਹੈ। ਉਸ ਹਿਸਾਬ ਦੇ ਨਾਲ ਤੁਹਾਨੂੰ ਜਿਹੜੀ ਹੈ ਪੈਨਸ਼ਨ ਮਿਲਣੀ ਹੈ ਬੁਢਾਪੇ ਦੇ ਵਿੱਚ, ਤੇ ਜਾਂ ਫਿਰ ਜਿਹੜੀਆਂ ਛੁੱਟੀਆਂ ਹੋਣੀਆਂ, ਉਹ ਸਾਰਾ ਕੁਝ ਮਿਲਣਾ ਹੈ ਨਾ। ਪਰ ਜੇ ਤੁਸੀਂ ਹੁਣ ਗੱਲ ਕਰੋ ਕਿ ਭਾਰਤ ਦੇ ਵਿੱਚ ਸਿਰਫ ਸਰਕਾਰੀ ਨੌਕਰੀਆਂ ਵਾਲਿਆਂ ਨੂੰ ਹੀ ਜਿਹੜੀ ਹੈ ਉਹ ਰਿਆਇਤ ਦਿੱਤੀ ਜਾਂਦੀ ਹੈ। ਜਿਹੜੀਆਂ ਪ੍ਰਾਈਵੇਟ ਨੌਕਰੀਆਂ ਵਾਲੇ ਜਿਹੜੇ ਆ, ਉਹ ਇਸੇ ਕਰਕੇ ਤਾਂ ਵਿਚਾਰੇ ਕਹਿੰਦੇ ਨੇ ਕਿ ਅਸੀਂ ਕਿਸੇ ਤਰ੍ਹਾਂ ਸਰਕਾਰੀ ਨੌਕਰੀ ਤੇ ਲੱਗ ਜਾਈਏ। ਤੇ ਜੇ ਕਿਤੇ ਕਰ ਕਰਾ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਲੱਗ ਜਾਂਦੀ ਹੈ, ਫਿਰ ਉਹ ਅੱਗੇ ਪਏ ਹੋਏ ਮੇਜ਼ ਦੇ ਉੱਤੇ ਬੂਟ ਲਾ ਕੇ ਤੇ ਫਿਰ ਲੱਤ ਤੇ ਲੱਤ ਰੱਖ ਕੇ ਤੇ ਸਾਰੀ ਉਮਰ ਲੰਘਾ ਦਿੰਦੇ ਨੇ। ਕਹਿੰਦੇ ਹੁਣ ਕੋਈ ਪ੍ਰੋਬਲਮ ਨਹੀਂ, ਹੁਣ ਸਰਕਾਰੀ ਨੌਕਰੀ ਮਿਲ ਗਈ ਹੈ। ਫਿਰ ਉਹ ਵੀ ਤਾਂ ਦੇਸ਼ ਦਾ ਕਹਾਣੀ ਕਰ ਰਹੇ ਆ, ਉਹ ਵੀ ਤਾਂ ਜਿਹੜਾ ਖੋਰਾ ਹੀ ਲਾ ਰਹੇ ਨਾ ਆਪਣੇ ਦੇਸ਼ ਦੀ ਜਿਹੜੀ ਇਕਨੋਮੀ ਨੂੰ। ਜਦੋਂ ਤੁਸੀਂ ਕੰਮ ਹੀ ਨਹੀਂ ਕਰਨਾ, ਲੈ ਵੀ ਸਰਕਾਰੀ ਨੌਕਰੀ ਲੱਗ ਗਈ ਹੈ, ਤੇ ਹੁਣ ਅਸੀਂ ਬਹੁਤ ਬੱਲੇ ਬੱਲੇ ਆ। ਅਸੀਂ ਕੋਸਦੇ ਆ, ਆਪਣੀਆਂ ਸਰਕਾਰਾਂ ਨੂੰ ਕੋਸਦੇ ਆ। ਕੋਸਣਾ ਵੀ ਚਾਹੀਦਾ, ਮੈਂ ਕੋਈ ਢਿੱਲ ਨਹੀਂ ਕਰਦਾ ਹੁੰਦਾ ਇਸ ਮਾਮਲੇ ਦੇ ਵਿੱਚ। ਸਰਕਾਰਾਂ ਨੇ ਸਾਨੂੰ ਬਹੁਤ ਲੁੱਟਿਆ, ਪੰਜਾਬ ਉਹ ਨਹੀਂ ਹੈ ਜਿਹੜਾ ਹੁਣ ਬਣ ਗਿਆ। ਪਰ ਅਸੀਂ ਸਰਕਾਰਾਂ ਨੂੰ ਤਾਂ ਕਹਿੰਦੇ ਹਾਂ, ਅਸੀਂ ਆਪ ਕੀ ਕਰਦੇ ਹਾਂ? ਜਿੰਨੇ ਸਰਕਾਰੀ ਨੇ, ਲਗਭਗ ਤੁਸੀਂ ਦੇਖਿਆ ਹੋਣਾ ਕਿੰਨੀ ਰਿਸ਼ਵਤ ਚੱਲਦੀ ਹੈ। ਇਹ ਸਰਕਾਰੀ ਨੌਕਰੀਆਂ ਦੇ ਉੱਤੇ ਬੈਠੇ ਹੋਏ ਲੋਕ ਜਿਹੜੇ ਨੇ, ਰਿਸ਼ਵਤਾਂ ਕੌਣ ਲੈ ਰਿਹਾ? ਉਹੀ ਲੈ ਰਿਹਾ ਨਾ। ਹੁਣ ਕਚਹਿਰੀਆਂ 'ਚ ਚੱਲ ਜਾਓ, ਤੁਹਾਡਾ ਕੰਮ ਹੀ ਨਹੀਂ ਹੋਣਾ ਬਿਨਾਂ ਰਿਸ਼ਵਤ ਦਿੱਤਿਆਂ। ਤੁਸੀਂ ਸਰਕਾਰੀ ਹਸਪਤਾਲਾਂ 'ਚ ਚੱਲ ਜਾਓ, ਤੁਹਾਡਾ ਇਲਾਜ ਨਹੀਂ ਹੋਣਾ। ਡਾਕਟਰ ਤੁਹਾਨੂੰ ਚੋਰੀ ਛੁਪੇ ਨੰਬਰ ਦੇਈ ਜਾਂਦਾ ਆਪਣਾ, ਕਿ ਫਲਾਨੀ ਜਗ੍ਹਾ ਦੇ ਉੱਤੇ ਆ ਜੀ, ਮੇਰਾ ਪ੍ਰਾਈਵੇਟ ਹਸਪੀਟਲ ਹੈ, ਤੇਰਾ ਇਲਾਜ ਉੱਥੇ ਹੋਊਗਾ। ਟੀਚਰ ਦੇਖ ਲਓ, ਟੀਚਰ ਗਾਇਬ ਰਹਿੰਦੇ ਆ ਸਕੂਲਾਂ ਦੇ ਵਿੱਚੋਂ, ਆਪਣੇ ਉਹ ਟਿਊਸ਼ਨਾਂ ਪੜ੍ਹਾ ਰਹੇ ਨੇ ਉਸ ਟਾਈਮ ਦੇ ਉੱਤੇ ਪ੍ਰਾਈਵੇਟ। ਮਤਲਬ ਇਹ ਸਾਰਾ ਕੁਛ ਆ। ਨੌਕਰੀਆਂ ਅਸੀਂ ਸਰਕਾਰੀ ਚਾਹੁੰਦੇ ਆ, ਜਿੱਦਣ ਸਾਨੂੰ ਮਿਲ ਜਾਂਦੀਆਂ ਤੇ ਅਸੀਂ ਉਦੋਂ ਤੋਂ ਖੋਰਾ ਲਾਉਣ ਲੱਗ ਪਏ ਨੇ, ਹੈਨਾ। ਆਪਣੇ ਅੰਦਰ ਵੀ ਝਾਤ ਮਾਰੀਏ, ਅਸੀਂ ਕਿੰਨੇ ਕੁ ਦੁੱਧ ਧੋਤੇ ਹੋਏ ਆ। ਬਾਕੀ ਸਾਡੀਆਂ ਸਰਕਾਰਾਂ ਦਾ, ਕਿ ਸਾਡੀਆਂ ਸਰਕਾਰਾਂ ਨੇ ਕੌਮਾਂ ਦੇ ਨਾਂ ਤੇ, ਕਾਸਟਾਂ ਦੇ ਨਾਂ ਤੇ ਲੋਕੀ ਜਿਹੜੇ ਡਿਵਾਈਡ ਕਰ ਦਿੱਤੇ ਆ, ਕਿ ਇਹਨਾਂ ਨੂੰ ਆ ਤੇ ਇਹਨਾਂ ਨੂੰ ਆ। ਇਹ ਚੀਜ਼ਾਂ ਵੀ ਵਿਦੇਸ਼ਾਂ ਦੇ ਵਿੱਚ ਹੈ ਨਹੀਂ ਹੈ। ਇੱਥੇ ਕੰਮ ਦਾ ਕੋਈ ਇਹ ਨਹੀਂ ਕਹਿੰਦਾ ਵੀ ਮਹਿੰਦਰ ਸਿੰਘ ਜਿਹੜਾ ਹੈਗਾ ਉਹ ਫਲਾਨੀ ਕਾਸਟ ਦਾ, ਤੇ ਇਹਨੂੰ ਇਹ ਨੌਕਰੀ ਤੇ ਦਈਏ, ਤੇ ਦੂਜਾ ਜਿਹੜਾ ਹੈਗਾ ਉਹਨੂੰ ਆਹ ਨੌਕਰੀ ਦਈਏ, ਹਾਇਰ ਲੈਵਲ ਦੀ ਨੌਕਰੀ ਦਈਏ, ਸਾਫ਼ ਸੁਥਰੀ। ਇਹ ਚੀਜ਼ਾਂ ਹੈ ਹੀ ਨਹੀਂ। ਮਤਲਬ ਕਹਿਣ ਦਾ ਕੋਈ ਕਾਸਟਿਜ਼ਮ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ, ਕੋਈ ਕੁਛ ਨਹੀਂ ਹੈ। ਸਾਰੇ ਬਰਾਬਰ ਆਪਣੇ ਕੈਪੇਬਿਲਿਟੀ ਦੇ ਆਧਾਰ ਦੇ ਉੱਤੇ ਨੌਕਰੀਆਂ ਜਾਂ ਫਿਰ ਬਿਜ਼ਨਸ ਕਰਦੇ ਨੇ। ਸਾਡੇ ਇੱਥੇ ਅਨਪੜ੍ਹ ਲੋਕ ਨੇ। ਇੰਗਲੈਂਡ ਦੀ ਮੈਂ ਬੜੀਆਂ ਵੱਡੀਆਂ ਐਗਜ਼ਾਮਪਲਸ ਤੁਹਾਨੂੰ ਦੇ ਸਕਦਾ ਹਾਂ। ਨਿਰੇ ਅਨਪੜ੍ਹ ਲੋਕ ਜਿਹੜੇ ਇੱਥੇ ਆ ਕੇ ਕਾਮਯਾਬ ਹੋਏ, ਤੇ ਜਿਨ੍ਹਾਂ ਨੇ ਵੱਡੀਆਂ ਆਪਣੀਆਂ ਕੰਪਨੀਆਂ ਸਟੈਬਲਿਸ਼ ਕਰ ਲਈਆਂ, ਜਿਨ੍ਹਾਂ ਦੇ ਬੜੇ ਬੜੇ ਵੱਡੇ ਬਿਜ਼ਨਸ ਨੇ, ਅੱਜ ਉਹਨਾਂ ਦਾ ਨਾਮ ਆਉਂਦਾ ਹੈ ਵਰਲਡ ਲੈਵਲ ਤੇ। ਜਿਹੜੀਆਂ ਆਪਾਂ ਕਹਿ ਲਈਏ ਵੀ ਜਦੋਂ ਰਿਕਾਰਡ ਬੁੱਕ ਜਿਹੜੀਆਂ ਛਪਦੀਆਂ ਨੇ, ਮੈਗਜ਼ੀਨਸ ਛਪਦੀਆਂ, ਉਹਦੇ ਵਿੱਚ ਉਹਨਾਂ ਦੇ ਨਾਮ ਆਉਂਦੇ ਨੇ ਕਿ ਭਾਈ ਆਹ ਬੰਦਾ ਜਿਹਨੇ ਇੰਨੀ ਜ਼ਿਆਦਾ ਆਪਣੀ ਜਿਹੜੀ ਹੈ ਗਰੋਥ ਕੀਤੀ ਹੈ, ਜ਼ੀਰੋ ਤੋਂ ਸ਼ੁਰੂ ਹੋਇਆ। $5 5 ਲੈ ਕੇ ਇੱਥੇ ਲੋਕੀ ਆਏ, ਤੇ ਉਹਨਾਂ ਨੇ ਬੜਾ ਕੁਝ ਜਿਹੜਾ ਐਸਟੈਬਲਿਸ਼ ਕਰ ਲਿਆ, ਹੈਨਾ। ਮਤਲਬ ਮੇਰੇ ਕਹਿਣ ਦੀ ਆ ਕੇ ਗੱਲ ਉੱਥੇ ਨਿਬੜਦੀ ਹੈ ਕਿ ਜੇ ਕਰਨਾ ਹੋਵੇ ਤਾਂ ਕਿਸੇ ਵੀ ਖੇਤਰ 'ਚ ਕੀਤਾ ਜਾ ਸਕਦਾ ਹੈ। ਸਰਕਾਰੀ ਨੌਕਰੀਆਂ ਦੀ ਭਾਲ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਡੰਡੇ ਖਾਣ ਦੀ ਲੋੜ ਨਹੀਂ ਹੈ। ਆਪਣੇ ਕੰਮ ਕਰੋ, ਪ੍ਰਾਈਵੇਟ ਕੰਮ ਕਰੋ, ਬਿਜ਼ਨਸ ਛੋਟੇ ਛੋਟੇ ਸ਼ੁਰੂ ਕਰੋ। ਆਪਾਂ ਇਹ ਤੁਸੀਂ ਦੇਖਿਆ ਹੋਣਾ ਨਾ, ਉਹ ਜਿਹੜੇ ਬੱਚੇ ਜਿਹੜੇ ਨੇ, ਜਿਹੜੇ ਕਪਲ ਨੇ, ਉਹ ਰੇਹੜੀਆਂ ਲਾ ਰਹੇ ਨੇ ਫਾਸਟ ਫੂਡ ਦੀਆਂ, ਜਾਂ ਸਾਰਾ ਕੁਝ ਕਰ ਰਹੇ ਨੇ। ਇਹ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਲੋਕ ਜਿਹੜੇ ਕਰਨ ਨੂੰ ਤਿਆਰ ਹੋਣਗੇ? ਸਾਰਿਆਂ ਨੇ ਕਹਿਣਾ ਵੀ ਲੈ ਵੀ ਸਾਡੇ ਤੇ ਸਟੈਂਡਰਡ ਦਾ ਕੰਮ ਹੀ ਨਹੀਂ ਇਹ, ਅਸੀਂ ਤਾਂ ਕਰਨਾ ਹੀ ਨਹੀਂ ਹੈਗਾ। ਅਸੀਂ ਤਾਂ ਉਹ ਉਦਣ ਘਰੋਂ ਨਿਕਲਾਂਗੇ ਜਿੱਦਣ ਸਾਨੂੰ ਕੋਈ ਕਹੇਗਾ ਵੀ ਆ ਜਾ, ਘੁੰਮਣ ਵਾਲੀ ਕੁਰਸੀ ਤੇਰੇ ਵਾਸਤੇ ਤਿਆਰ ਹੈ।
ਅਸੀਂ ਹੱਡ ਹਿਲਾ ਕੇ ਰਾਜੀ ਨਹੀਂ ਹੈ, ਇਹ ਸਾਡੀ ਪ੍ਰੋਬਲਮ ਹੈ। ਅਸੀਂ ਬ੍ਰਾਂਡਡ ਕੱਪੜੇ ਗਾਣਿਆਂ ਦੇ ਵਿੱਚ ਦੇਖ ਦੇਖ ਕੇ ਉਹ ਪਾਉਣ ਲੱਗ ਪਏ ਆ, ਪਰ ਅਸੀਂ ਉਨੀ ਔਕਾਤ ਦੇ ਮਾਲਕ ਕਿਉਂ ਨਹੀਂ ਆ? ਬ੍ਰਾਂਡਡ ਕੱਪੜਿਆਂ ਵਾਸਤੇ ਔਕਾਤ ਵੀ ਤਾਂ ਹੋਣੀ ਚਾਹੀਦੀ ਹੈ ਨਾ। ਅਸੀਂ ਸਾਡੀ ਨੌਜਵਾਨੀ ਹੈ, ਗੁੱਸਾ ਨਾ ਕਰਿਓ, ਥੋੜੇ ਹਾਰਡ ਸ਼ਬਦ ਨੇ, ਕਿ ਸਾਡੀ ਜਿਹੜੀ ਨੌਜਵਾਨੀ ਹੈ 20-25 ਸਾਲ ਦੀ ਜਿਹੜੀ ਪੰਜਾਬ ਦੇ ਵਿੱਚ ਆ, ਉਹ ਕਰਨਾ ਤਾਂ ਕੁਛ ਨਹੀਂ ਹੁੰਦਾ, ਮਾਪਿਆਂ ਨੂੰ ਤੰਗ ਕਰਨਾ ਹੁੰਦਾ ਤੇ ਸਿਰਫ ਬ੍ਰਾਂਡਡ ਕੱਪੜੇ ਪਾਉਣੇ ਹੁੰਦੇ ਆ। ਮਤਲਬ ਬ੍ਰਾਂਡਡ ਕੱਪੜਾ ਬੰਦਾ ਉਦੋਂ ਪਾਉਂਦਾ ਚੰਗਾ ਲੱਗਦਾ ਜਦੋਂ ਉਸ ਬ੍ਰਾਂਡਡ ਕੱਪੜੇ ਦੇ ਵਿੱਚ ਜਿਹੜਾ ਸਰੀਰ ਹੈ ਉਹਦੀ ਇੰਨੀ ਔਕਾਤ ਹੈ। ਤੁਸੀਂ ਕੰਮ ਕਰੋ, ਆਪਣੇ ਕੋਲੋਂ ਇੰਨਾ ਸਖਤ ਮਿਹਨਤ ਕਰੋ, ਮੁੜ ਕੇ ਤੁਸੀਂ ਬ੍ਰਾਂਡਡ ਕੱਪੜੇ ਕੀ ਛੱਡ ਕੇ ਜੋ ਮਰਜ਼ੀ ਲਓ। ਵੱਡੀ ਗੱਲ ਇੱਕ ਹੋਰ ਆ ਜਾਂਦੀ, ਮੈਂ ਤੁਹਾਨੂੰ ਦੱਸਾਂ, ਅਸੀਂ ਵੀਜ਼ਾ ਲੈਣ ਵਾਸਤੇ ਨਾ ਏਜੰਟਾਂ ਨੂੰ ਪੈਸੇ ਦਿੰਨੇ ਆ। ਮੈਂ ਬੜੀ ਵਾਰੀ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਕਹਿਣਾ ਹੁੰਦਾ ਕਿ ਆਪਣੇ ਆਪ ਨੂੰ ਇੰਨੇ ਕੈਪੇਬਲ ਕਰ ਲਓ, ਆਪਣਾ ਬਿਜ਼ਨਸ ਖੜਾ ਕਰੋ, ਤੁਹਾਡੇ ਵੀਜ਼ੇ ਵੱਟਾਂ ਦੇ ਉੱਤੇ ਪਏ ਹੋਏ ਨੇ। ਕੋਈ ਕੰਟਰੀ ਕਿਹੜੀ ਹੈ ਜਿਹੜੀ ਤੁਹਾਨੂੰ ਵੀਜ਼ਾ ਦੇਣ ਨੂੰ ਰਾਜੀ ਨਾ ਹੋਊਗੀ? ਜੇ ਤੁਹਾਡੀ ਇੱਕ ਪ੍ਰੋਫਾਈਲ ਹੈ, ਤੁਹਾਡਾ ਇੱਕ ਬੈਂਕ ਪ੍ਰੋਫਾਈਲ ਤੁਹਾਡੀ ਵਧੀਆ ਬਣੀ ਹੋਈ ਹੈ, ਤੁਸੀਂ ਕੰਮ ਕਰਦੇ ਹੋ, ਤਾਂ ਜਿੱਥੇ ਮਰਜ਼ੀ ਘੁੰਮੋ ਫਿਰੋ, ਤੁਹਾਨੂੰ ਵਿਦੇਸ਼ਾਂ ਦੇ ਵਿੱਚ ਪਰਮਾਨੈਂਟ ਧੱਕੇ ਖਾਣ ਦੀ ਲੋੜ ਨਹੀਂ। ਤੁਸੀਂ ਵੀ ਦੂਜੇ ਦੇਸ਼ਾਂ ਦੇ ਲੋਕਾਂ ਵਾਂਗ ਨਵਾਂ ਸਾਲ ਦੁਬਈ ਦੇ ਵਿੱਚ ਸੈਲੀਬ੍ਰੇਟ ਕਰੋ, ਦੀਵਾਲੀ ਜਿਹੜੀ ਆ ਉਹ ਆ ਕੇ ਇੰਗਲੈਂਡ ਦੇ ਵਿੱਚ ਦੇਖੋ, ਵਿਸਾਖੀ ਜਿਹੜੀ ਆ ਉਹ ਨਿਊਯਾਰਕ ਦੀਆਂ ਸੜਕਾਂ ਤੇ ਦੇਖੋ। ਮਤਲਬ ਆਪਣੇ ਆਪ ਨੂੰ ਇੰਨਾ ਕੈਪੇਬਲ ਅਸੀਂ ਕਿਤੇ ਵੀ ਕਰ ਸਕਦੇ ਹਾਂ। ਇਹ ਮੈਂ ਹੁਣ ਤੱਕ ਦੀਆਂ ਚੀਜ਼ਾਂ ਤੋਂ ਸਿੱਖਿਆ। ਹੋਰ ਤੁਸੀਂ ਸਵਾਲ ਕਰੋ, ਆਪਾਂ ਉਹਦੇ ਤੇ ਗੱਲ ਕਰਦੇ ਹਾਂ। ਹਾਂਜੀ ਦਲਜੀਤ ਸਿੰਘ ਜੀ, ਮੇਰਾ ਤੁਹਾਨੂੰ ਅਗਲਾ ਸਵਾਲ ਇਹ ਹੈ ਕਿ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਜੋ ਇੱਕ ਇਸੇ ਨੂੰ ਲੈ ਕੇ ਹੈ ਕਿ ਜੋ ਇੱਕ ਸਟ੍ਰੈਸ ਲੈਵਲ ਦਿਖਣ ਨੂੰ ਮਿਲਦਾ ਪਿਆ, ਜਿੱਦਾਂ ਹੁਣ ਹਾਰਟ ਅਟੈਕ ਆ ਜਾਂਦੇ ਨੇ, ਜਾਂ ਫਿਰ ਕਈ ਤਰ੍ਹਾਂ ਦੇ ਲੋਕ ਆਪਾਂ ਦੇਖੇ ਨੇ। ਕਿ ਵੀਡੀਓ ਵਾਇਰਲ ਹੋਈ ਸੀਗੀ, ਉਹ ਕੈਨੇਡਾ ਦਾ, ਸ਼ਾਇਦ ਅਮਰੀਕਾ ਦਾ ਸੀ ਮੇਰੇ ਖਿਆਲ ਤੋਂ, ਉਹ ਇੱਕ ਡਰਾਈਵਰ, ਉਹਨੇ ਇੰਨੀ ਗੱਲ ਕਹਿ ਦਿੱਤੀ ਸੀ ਕਿ ਮੈਨੂੰ ਜੇ ਕੋਈ ਹੁਣ ਵੀਜ਼ਾ ਮਿਲ ਜਾਵੇ ਸਿੱਧਾ ਭਾਰਤ ਜਾਊਂਗਾ, ਦੁਬਾਰਾ ਮੂੰਹ ਨਹੀਂ ਕਰੂੰਗਾ ਇਸ ਦੇਸ਼ ਵੱਲ। ਅਮਰੀਕਾ ਦਾ ਸੀ ਸ਼ਾਇਦ, ਕੈਨੇਡਾ ਦਾ ਸੀਗਾ, ਮੈਨੂੰ ਧਿਆਨ 'ਚ ਨਹੀਂ ਹੈਗਾ। ਇਹ ਜਿਹੇ ਕਈ ਵੀਡੀਓ ਆਪਾਂ ਆਮ ਹੀ ਦੇਖਦੇ ਹਾਂ ਜੋ ਵਿਦੇਸ਼ਾਂ ਵਿੱਚ ਚੱਲ ਜਾਂਦੇ ਨੇ, ਉਹਨਾਂ ਦੀ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਕਿ ਫਿਰ ਉਹ ਵਾਪਸ ਭਾਰਤ ਨੂੰ ਤਰਸਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਮੇਰੇ ਲਿੰਕ ਦੇ ਵਿੱਚ ਕੁਝ ਫਰੈਂਡ ਸੀਗੇ, ਉਹ ਸ਼ਾਇਦ ਕਿਸੇ ਯੂਰਪ ਦੀ ਕੰਟਰੀ ਵਿੱਚ ਗਏ ਸੀਗੇ। ਉਹ ਠੰਡ ਦਾ ਟਾਈਮ ਆ, ਉੱਥੇ ਉਹ ਪਾਰਕਾਂ ਵਿੱਚ, ਜਿਵੇਂ ਗੋਦਾਮ ਦੇ ਵਿੱਚ ਪਿਆ ਹੁੰਦਾ ਨਾ ਸਮਾਨ, ਓਦਾਂ ਉੱਥੇ ਉਹਨਾਂ ਨੇ ਪਾਰਕ ਦੇ ਵਿੱਚ, ਉਹਨਾਂ ਨੇ ਉੱਥੇ ਆਪਣਾ ਟਾਈਮ ਕੱਢਿਆ, ਠੰਡ ਦੇ ਵਿੱਚ ਇੰਨੀ ਰਾਤਾਂ ਕੱਢੀਆਂ ਉੱਥੇ। ਤੇ ਇੱਕ ਇਨਸਾਨੀ ਜ਼ਿੰਦਗੀ ਦੀ ਇੰਨਾ ਪੈਸਾ ਲਾਉਣ ਤੋਂ ਬਾਅਦ ਜਾ ਕੇ ਵਿਦੇਸ਼ਾਂ ਵਿੱਚ ਕੀ ਕਦਰ ਪੈ ਰਹੀ ਹੈ? ਤੁਹਾਨੂੰ ਲੱਗਦਾ ਤੁਸੀਂ ਇਸ ਕੈਪੇਬਲ ਹੋ? ਤੁਸੀਂ ਪੱਕੇ ਪੈਰ ਕਰਕੇ ਉੱਥੇ ਜਾ ਰਹੇ ਹੋ ਤਾਂ ਵੀ ਠੀਕ ਹੈ, ਪਰ ਦਲਜੀਤ ਸਿੰਘ ਜੀ ਬਥੇਰੇ ਅਜਿਹੇ ਨੌਜਵਾਨ ਨੇ ਜਿਹੜੇ, ਜਿਹਨੂੰ ਕਹਿੰਦੇ ਕੱਚੇ ਪੈਰ, ਸਿਰਫ ਇੱਕ ਵਾਰ ਬਾਹਰ ਵੜ ਜਾਈਏ, ਉੱਥੇ ਕੋਈ ਉਹਨਾਂ ਦਾ ਕਹਿ ਲਓ ਕਿ ਵਾਲੀ ਵਾਰਸ ਨਹੀਂ ਹੈ ਕਿ ਉਹਨਾਂ ਕੋਲ ਸੰਭਾਲ ਲੂਗਾ ਰਹਿਣ ਨੂੰ, ਖਾਣ ਨੂੰ, ਰੁਜ਼ਗਾਰ ਨੂੰ, ਚਾਹੇ ਕੁਝ ਵੀ ਨਾ ਹੋਵੇ। ਤੇ ਸ਼ਾਇਦ ਤੁਹਾਡੇ ਵੀ, ਤੁਸੀਂ ਵੀ ਦੇਖਿਆ ਹੋਊਗਾ, ਤੁਸੀਂ ਯੂਰਪ 'ਚ ਰਹਿ ਚੁੱਕੇ ਹੋ, ਇਹਨਾਂ ਦਾ ਨਾਮ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਮਾੜੇ ਹਾਲਾਤ ਹੈ ਜੀ, ਬਹੁਤ ਮਾੜੇ ਹਾਲਾਤ ਹੈ। ਇਹ ਤਾਂ ਵਿਚਾਰੇ ਉਹ ਨੇ ਜਿਹੜੇ ਇਹ ਕਰਕੇ ਆ ਜਾਂਦੇ ਨੇ ਕਿ ਭਾਈ ਹੁਣ ਬਾਹਰ ਜਾਣ ਤੋਂ ਇਲਾਵਾ ਸਾਡੇ ਕੋਲ ਕੋਈ ਰਾਹ ਹੀ ਨਹੀਂ ਬਚਿਆ। ਇਹੋ ਜਿਹੇ ਵੀ ਲੋਕ ਹੈਗੇ ਨੇ ਜਿਹੜੇ ਜਿਨ੍ਹਾਂ ਕੋਲ ਕੋਈ ਆਪਸ਼ਨ ਨਹੀਂ ਹੁੰਦਾ, ਫਿਰ ਉਹ ਯੂਰਪ ਜਾਂ ਫਿਰ ਦੁਬਈ, ਯੂਰਪ ਦੇ ਵਿੱਚ ਜਾਣ ਵਾਸਤੇ ਵੀ ਡੋਂਕੀਆਂ, ਤੁਹਾਨੂੰ ਪਤਾ ਹੋਣਾ ਕਿ ਰਸ਼ੀਆ ਦੇ ਜ਼ਰੀਏ ਲੱਗਦੀਆਂ ਰਹੀਆਂ, ਤੇ ਜਿੱਥੇ ਕੁਝ ਨੌਜਵਾਨ ਪਹੁੰਚ ਜਾਂਦੇ ਸੀ ਤੇ ਕੁਝ ਉੱਥੇ ਹੀ ਰਸਤਿਆਂ ਦੇ ਵਿੱਚ ਹੀ ਜਿਹੜੇ ਆ ਖਤਮ ਹੋ ਜਾਂਦੇ ਆ। ਤੇ ਜਿਹੜੇ ਡੌਂਕਰ ਹੁੰਦੇ ਸੀ, ਲਾਸ਼ਾਂ ਦੇ ਉੱਤੇ ਬਰਫ਼ ਪਾ ਕੇ ਅੱਗੇ ਤੁਰਦੇ ਬਣਦੇ ਸੀ, ਤੇ ਜਿਹੜੇ ਪਿੱਛੋਂ ਹੌਲੀ ਹੌਲੀ ਮੁੰਡੇ ਤੁਰੇ ਆਉਂਦੇ ਸੀ ਨਾ, ਜਿੱਦਾਂ ਮੰਨ ਲਓ ਕੋਈ ਮਹੀਨੇ 2 ਮਹੀਨਿਆਂ ਬਾਅਦ ਕੋਈ ਹੋਰ ਗਰੁੱਪ ਆਇਆ, ਤੇ ਉਹਨਾਂ ਦਾ ਜਦੋਂ ਪੈਰ ਵੱਜਦਾ ਹੈ ਕਿਤੇ ਬਰਫ਼ ਦੇ ਵਿੱਚ, ਤੇ ਉਹ ਦੇਖਦੇ ਆ ਵੀ ਇਹ ਕੀ ਹੈ, ਤੇ ਉੱਥੇ ਲਾਸ਼ ਲੱਭਦੀ ਹੈ। ਉਹ ਕਹਿੰਦੇ ਇਹ ਤਾਂ ਯਾਰ ਸਾਡਾ ਪੰਜਾਬੀ ਇਹਨੇ ਕੜਾ ਪਾਇਆ ਹੋਇਆ। ਤੇ ਉਹ ਮਤਲਬ ਕਹਿਣ ਦਾ ਵੀ ਸਾਲ 2-2 ਸਾਲ ਲਾਸ਼ਾਂ ਜਿਹੜੀਆਂ ਨੇ ਉਹ ਬਰਫ਼ 'ਚ ਦੱਬੀਆਂ ਰਹਿੰਦੀਆਂ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਜਿਹੜੇ ਪੰਜਾਬ ਵਾਲੇ ਆ। ਮੈਂ ਇਹੀ ਬੇਨਤੀ ਮੈਂ ਤਾਂ ਹੀ ਕਰਦਾ ਹੁੰਦਾ ਕਿ ਭਾਈ ਆਪਣੇ ਆਪ ਨੂੰ ਇੰਨਾ ਕੈਪੇਬਲ ਬਣਾ ਲਓ, ਜਿਹਨੇ ਕਰਨਾ ਹੁੰਦਾ ਉਹ ਕਰ ਲੈਂਦਾ। ਮੇਰੇ ਬਹੁਤ ਸਾਰੇ ਦੋਸਤ ਨੇ, ਕਈ ਵਾਰੀ ਗੱਲ ਹੁੰਦੀ ਹੈ, ਉਹ ਕਹਿੰਦੇ ਭਾਈ ਚਿੰਤਾ ਹੀ ਕੋਈ ਨਹੀਂ, ਕਿਸੇ ਨੇ ਆਪਣੇ ਰੈਡੀਮੇਡ ਕੱਪੜਿਆਂ ਦਾ ਕੰਮ ਖੋਲ ਲਿਆ, ਕਿਸੇ ਨੇ ਫਾਸਟ ਫੂਡ ਖੋਲ ਲਿਆ, ਛੋਟੇ ਕੰਮ ਆਪਾਂ ਕਰਦੇ ਨਹੀਂ ਹੈਗੇ, ਤੇ ਉਹੀ ਸਾਡੇ ਪ੍ਰਵਾਸੀ ਆ ਕੇ ਕਰਦੇ ਆ। ਹੁਣ ਸਾਡੇ ਨੌਜਵਾਨ ਨੇ, ਜੇ ਇਹਨਾਂ ਨੂੰ ਕਹਿ ਦਈਏ ਕਿ ਭਾਈ ਮਾਰਬਲ ਲਾਉਣਾ ਤੁਸੀਂ ਸਿੱਖ ਲਓ, ਮੈਂ ਇੱਕ ਕਿੱਤੇ ਦੀ ਗੱਲ ਕਰ ਲੱਗਾ, ਇਹ ਐਗਜ਼ਾਮਪਲ ਦੇ ਤੌਰ ਦੇ ਉੱਤੇ, ਆਹ ਕੰਮ ਤੁਸੀਂ ਸਿੱਖ ਲਓ, ਨਾ ਵੀ ਇਹ ਤੇ ਕੱਪੜੇ ਗੰਦੇ ਹੋ ਜਾਂਦੇ ਆ। ਹੁਣ ਇੱਥੇ ਤੁਹਾਨੂੰ ਬਾਹਰ ਆ ਕੇ ਕਿਹੜਾ ਕੋਈ ਇੱਥੇ ਤੁਹਾਨੂੰ ਆਉਂਦੇ ਆ ਦਫ਼ਤਰ ਦੇ ਵਿੱਚ ਬਿਠਾਉਣ ਲੱਗਾ ਵੀ ਤੂੰ ਕੋਟ ਪੈਂਟ ਪਾ ਕੇ ਆਈ, ਨਹੀਂ ਤੇ ਤੈਨੂੰ ਅੰਦਰ ਨਹੀਂ ਵੜਨ ਦਿਆਂਗੇ, ਹੈਨਾ। ਹੁਣ ਇਹ ਚੀਜ਼ਾਂ ਆਪਾਂ ਕਰ ਲਈਏ ਤਾਂ ਬਹੁਤ ਪੈਸਾ ਕਮਾ ਰਹੇ ਆ। ਜਿੱਦਾਂ ਨਾ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਮੈਂ ਪੰਜਾਬ ਗਿਆ ਪਿਛਲੀ ਵਾਰ, ਸਾਡੇ ਘਰ ਦਾ ਵੀ ਕੰਮ ਚੱਲਦਾ ਸੀ, ਸ਼ਾਇਦ ਮੈਨੂੰ ਯਾਦ ਨਹੀਂ ਕਿੱਥੇ ਦੀ ਗੱਲ ਹੈ ਇਹ, ਪਰ ਮੈਂ ਤੁਹਾਨੂੰ ਇੰਸੀਡੈਂਟ ਦੱਸਣ ਲੱਗਾ। ਉਹ ਜਿਹੜਾ ਪ੍ਰਵਾਸੀ ਸੀ ਨਾ, ਉਹ ਕਹਿੰਦਾ ਵੀ ਉਹਨੂੰ ਅਸੀਂ ਸੱਦਿਆ ਵੀ ਆਹ ਕੰਮ ਕਰਨ ਵਾਲਾ, ਉਹ ਕਹਿੰਦਾ ਮੈਂ ਫਲਾਣੇ ਦਿਨ ਆ ਕੇ ਇੰਨੇ ਵਜੇ ਆਹ ਕੰਮ ਕਰ ਸਕਦਾ, ਉਸ ਤੋਂ ਪਹਿਲਾਂ ਮੈਂ ਬਿਜ਼ੀ ਹਾਂ। ਸਮਝੋ ਤੁਸੀਂ ਗੱਲ ਨੂੰ, ਕਹਿੰਦਾ ਮੈਂ ਉਸ ਤੋਂ ਪਹਿਲਾਂ ਆ ਨਹੀਂ ਸਕਦਾ, ਮੈਂ ਬਿਜ਼ੀ ਹਾਂ। ਮਤਲਬ ਉਹ ਪਾਰਟ ਟਾਈਮ ਵੀ ਕੰਮ ਕਰ ਰਹੇ ਨੇ, 5 ਵਜੇ ਤੱਕ ਕਿਤੇ ਕੰਮ ਕਰਨਾ ਹੈ,
5 ਵਜੇ ਤੋਂ ਬਾਅਦ 3 ਘੰਟੇ ਕਿਤੇ ਲਾਉਣੇ ਆ, ਜਿਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਪਾਰਟ ਟਾਈਮ ਕਰਦੇ ਆ ਕਿ ਭਾਈ ਜੌਬ ਤਾਂ ਚੱਲੀ ਜਾਂਦੀ ਹੈ, ਸ਼ਾਮ ਨੂੰ ਮੈਂ ਜਾ ਕੇ ਕਿਸੇ ਸਟੋਰ ਦੇ ਉੱਤੇ 3 ਘੰਟੇ ਲਾ ਲਵਾਂ ਤੇ ਚੱਲ ਮੈਨੂੰ 15 ਪਾਉਂਡ $20 ਜਿਹੜੇ ਨੇ ਉੱਥੋਂ ਆ ਜਾਣਗੇ। ਸੋ ਉਹ ਪ੍ਰਵਾਸੀ ਦੀਆਂ ਗੱਲਾਂ ਸੁਣ ਕੇ ਸਾਨੂੰ ਲੱਗਿਆ ਵੀ ਕਿੰਨਾ ਕੰਮ ਹੈ, ਉਹ ਸਾਰਾ ਕੰਮ ਉਹਨਾਂ ਨੇ ਸਾਂਭ ਲਿਆ। ਤੇ ਸਾਡੇ ਨੌਜਵਾਨ ਮੋਟਰਸਾਈਕਲ ਵੀ ਵਧੀਆ ਚਾਹੀਦਾ, ਬ੍ਰਾਂਡਡ ਕੱਪੜੇ ਚਾਹੀਦੇ ਨੇ, ਐਨਕਾਂ ਚਾਹੀਦੀਆਂ, ਪੱਗ ਟੇਢੀ ਜੀ ਚਾਹੀਦੀ ਹੈ। ਇੱਥੋਂ ਤੱਕ ਕਿ ਮੈਨੂੰ ਹੈਰਾਨੀ ਹੁੰਦੀ, ਚਲੋ ਹੁਣ ਤੁਸੀਂ ਕਹਿਣਾ ਸਾਰਾ ਕੁਝ ਹੀ ਮਿਕਸ ਹੋ ਜਾਂਦਾ, ਪੱਗ ਵੀ ਜਿਹੜੀ ਉਹ 100 ਰੁਪਈਆ ਦੇ ਕੇ ਬਣਾਉਣੀ ਅਸੀਂ ਰੋਜ਼ ਸਵੇਰੇ ਉੱਠ ਕੇ। ਮਤਲਬ ਕਿ ਸਿੱਖਾਂ ਦੇ ਪੁੱਤ ਜਿਹੜੇ ਆਪਾਂ ਕਹਿ ਲਈਏ ਵੀ ਪੰਜਾਬ ਦੇ ਜੰਮੇ ਜਾਏ ਜਿਹੜੇ ਨੇ, ਰੋਜ਼ ਉੱਠ ਕੇ ਸਵੇਰੇ 100 ਰੁਪਈਆ ਦੇ ਕੇ ਪੱਗ ਬਣਾਉਂਦੇ ਨੇ। ਤੇ ਫਿਰ ਅਸੀਂ ਕਹਿੰਦੇ ਆ ਕਿ ਲੈ ਵੀ ਸਾਡੇ ਕੋਲ ਤਾਂ ਕੰਮ ਨਹੀਂ, ਸਾਡੇ ਕੋਲ ਤੇ ਏਦਾਂ ਨਹੀਂ, ਸਾਡਾ ਓਦਾਂ ਨਹੀਂ, ਹੈਨਾ। ਆਹ ਚੀਜ਼ਾਂ ਆਪਣਾ ਕਰੈਕਟਰ ਬਿਲਡ ਕਰਨਾ ਕਦੋਂ ਸਿੱਖਾਂਗੇ ਆਪਾਂ? ਕਦੋਂ ਸਿੱਖਾਂਗੇ ਆਪਣਾ ਕਰੈਕਟਰ ਬਿਲਡ ਕਰਨਾ ਹੈ? ਉਹ ਸਿੱਖਾਂ ਦੇ ਪੁੱਤ ਹੋ ਕੇ, ਪੰਜਾਬ ਦੇ ਪੁੱਤ ਹੋ ਕੇ ਤੁਸੀਂ 100 ਰੁਪਈਆ ਦੇ ਕੇ ਰੋਜ਼ ਸਵੇਰੇ ਪੱਗ ਬਣਾ ਕੇ ਤੇ ਫਿਰ ਤੁਸੀਂ ਮੋਟਰਸਾਈਕਲ ਦੇ ਉੱਤੇ ਕਿੱਕ ਮਾਰਦੇ ਹੋ ਤੇ ਫਿਰ ਗੱਲਾਂ ਕਰਦੇ ਹੋ ਕਿ ਭਾਈ ਇੱਥੇ ਤਾਂ ਕੰਮ ਹੈ ਨਹੀਂ, ਤੇ ਉਹ ਨਹੀਂ। ਸਰਕਾਰਾਂ ਜ਼ਰੂਰ ਮਾੜੀਆਂ ਨੇ, ਪਰ ਆਪਣੀ ਸਟਰਗਲ ਜਿਹੜੀ ਹੈ ਉਹ ਵੀ ਤਾਂ ਕਰਨੀ ਹੁੰਦੀ, ਜਿਹੜੀ ਬਾਹਰ ਆ ਕੇ ਕਰਦੇ ਉੱਥੇ ਕਰ ਲਓ। ਜੀ ਦਲਜੀਤ ਸਿੰਘ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਹੁਣ ਵੇਲਾ ਹੋ ਚੁੱਕਿਆ ਕਿ ਹੁਣ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲਈਏ। ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਅਨੁਭਵ ਤੁਹਾਡੇ ਅੱਗੇ ਰੱਖੇ ਨੇ। ਤੁਸੀਂ ਵੀ ਵੱਧ ਸਿਆਣੇ ਹੋ, ਤੁਹਾਨੂੰ ਵੀ ਜ਼ਿੰਦਗੀ ਦੇ ਤਜਰਬੇ ਨੇ, ਤੁਹਾਨੂੰ ਵੀ ਸਾਰਾ ਕੁਝ ਪਤਾ ਹੈ। ਜੇ ਤੁਹਾਨੂੰ ਲੱਗਦਾ ਕਿ ਸਾਡੇ ਪ੍ਰੋਗਰਾਮ ਵਿੱਚ ਕੁਝ ਕਮੀਆਂ ਪੇਸ਼ੀਆਂ ਰਹਿ ਚੁੱਕੀਆਂ ਨੇ, ਤੁਸੀਂ ਕਮੈਂਟ ਕਰਕੇ ਸਾਨੂੰ ਸੁਝਾਅ ਜ਼ਰੂਰ ਦਿਓ, ਤਾਂ ਜੀ ਅਸੀਂ ਅੱਗੋਂ ਦੀ ਉਹਨਾਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖੀਏ ਤੇ ਲੋਕਾਂ ਦੇ ਅੱਗੇ ਅਸੀਂ ਹੋਰ ਜਿਹੜੀ ਆ ਇਨਫੋਰਮੇਸ਼ਨ ਹੈ ਉਸ ਨੂੰ ਅਸੀਂ ਡਿਲੀਵਰ ਕਰ ਸਕੀਏ। ਦਲਜੀਤ ਸਿੰਘ, ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਵਿਚਾਰ ਤੁਸੀਂ ਰੱਖੇ, ਅਨੁਭਵ ਸਾਡੇ ਅੱਗੇ ਰੱਖੇ। ਹਾਲਾਂਕਿ ਇਹ ਸਾਰੇ ਵਿਚਾਰ ਚਰਚਾ ਜ਼ਰੂਰੀ ਹੋ ਜਾਂਦੀਆਂ ਨੇ ਕਰਨੀਆਂ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ। ਤਾਂ ਧੰਨਵਾਦ ਤੁਹਾਡਾ ਦਲਜੀਤ ਸਿੰਘ, ਸਾਡੇ ਨਾਲ ਜੁੜਨ ਦੇ ਲਈ, ਆਪਣੇ ਕੀਮਤੀ ਵਿਚਾਰ। ਹਾਂਜੀ, ਤੁਹਾਡਾ ਵੀ ਧੰਨਵਾਦ। ਤੇ ਅੱਜ ਅਸੀਂ ਦਰਸ਼ਕੋ ਸਲਾਹ ਕੀਤੀ ਸੀ ਕਿ ਅੱਜ ਕਿਸ ਟੌਪਿਕ ਤੇ ਪ੍ਰੋਗਰਾਮ ਕੀਤਾ ਜਾਵੇ। ਫਿਰ ਅਸੀਂ ਸੋਚਿਆ ਕਿ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਹੈ ਤੇ ਇਹਨੂੰ ਫ੍ਰੀ ਸਟਾਈਲ ਰੱਖੀਏ ਆਪਾਂ, ਜਿਵੇਂ ਗੱਪਸ਼ਪ ਲਾਈ ਦੀ ਹੈ। ਸੋ ਇਸ ਤਰੀਕੇ ਦੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਨੇ, ਕਿਹੋ ਜਿਹੇ ਅਨੁਭਵ ਨੇ, ਕਿਹੋ ਜਿਹੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵਿਦੇਸ਼ ਦੇ ਵਿੱਚ ਰਹਿ ਕੇ ਜ਼ਿੰਦਗੀ ਕਿਹੋ ਜਿਹੀ ਹੈ, ਪੰਜਾਬ ਦੇ ਵਿੱਚ ਕਿਹੋ ਜਿਹੀ ਹੈ, ਕਿਉਂਕਿ ਮੋੜਾ ਪਾਉਣਾ ਪੈਣਾ। ਤੇ ਮੇਰੀ ਬੇਨਤੀ ਇੱਕ ਹੈ ਜਿਹੜੀ ਮੈਂ ਰਹਿ ਗਈ ਆ ਉਹ ਕਰ ਦੇਣਾ, ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ, ਕਿ ਪੰਜਾਬ ਦੇ ਵਿੱਚ ਆਪਣੀਆਂ ਜ਼ਮੀਨਾਂ ਵੇਚਣੀਆਂ ਤੁਸੀਂ ਬੰਦ ਕਰ ਦਿਓ। ਚਾਹੇ ਤੁਹਾਡੇ ਹੀ ਕੋਈ ਜ਼ਮੀਨ ਦੱਬਦਾ ਹੈ, ਮਤਲਬ ਕਿ ਇਹ ਕੇਸ ਵੀ ਆਉਂਦੇ ਨੇ, ਚਲੋ ਸੋਚੋ 10 ਕੇਸ ਇਹੋ ਜਿਹੇ ਹੋਣਗੇ ਕਿ ਜ਼ਮੀਨ ਤੁਹਾਡੀ ਦੱਬ ਗਿਆ ਕੋਈ। ਪਰ ਮੈਂ ਇੱਕ ਬੇਨਤੀ ਕਰ ਦਿੰਦਾ ਕਿ ਪੰਜਾਬ ਦੇ ਵਿੱਚ ਆਪਣੀਆਂ ਜ਼ਮੀਨਾਂ ਵੇਚਣੀਆਂ ਬੰਦ ਕਰੋ। ਆਪਣੀ ਹੋਂਦ ਜਿਹੜੀ ਹੈ ਉਹਨੂੰ ਤੁਸੀਂ ਬਿਲਕੁਲ ਹੀ ਮਿਟਾ ਦਿਓਗੇ, ਨਾ ਘਰਦੇ ਰਹੋਗੇ ਨਾ ਘਾਟਦੇ ਰਹੋਗੇ। ਤੁਸੀਂ ਵਿਦੇਸ਼ 'ਚ ਰਹਿ ਰਹੇ ਹੋ ਠੀਕ ਹੈ, ਪਰ ਜੇ ਤੁਸੀਂ ਆਪਣਾ ਘਰ, ਆਪਣੀ ਜ਼ਮੀਨ ਪੰਜਾਬ ਦੇ ਵਿੱਚ ਰੱਖੀ ਹੋਈ ਹੈ, ਸਾਂਭੀ ਹੋਈ ਹੈ, ਤੇ ਤੁਹਾਡੇ ਕੋਲ ਬਹਾਨਾ ਹੈ ਕਦੀ ਨਾ ਕਦੀ ਵਾਪਸ ਮੁੜਨ ਦਾ। ਜੇ ਤੁਸੀਂ ਸਾਰਾ ਕੁਝ ਹੀ ਉੱਥੋਂ ਵੇਚ ਵੱਟ ਕੇ ਆ ਗਏ ਤਾਂ ਤੁਹਾਡੇ ਕੋਲ ਕੋਈ ਬਹਾਨਾ ਨਹੀਂ, ਕੋਈ ਕੁਝ ਨਹੀਂ। ਤੇ ਜਿੱਥੇ ਤੁਸੀਂ ਜਦੋਂ ਤੁਸੀਂ ਵਾਪਸ ਜਾਣਾ ਹੈ ਤੇ ਤੁਹਾਨੂੰ ਉੱਥੇ ਪ੍ਰਵਾਸੀ ਹੋਏ ਲੱਭਣੇ ਆ, ਕੋਈ ਪੱਗਾਂ ਵਾਲੇ ਜਾਂ ਫਿਰ ਕੋਈ ਹੋਰ ਸਾਡੇ ਹਿੰਦੂ ਭੈਣ ਭਰਾ ਜਿਹੜੇ ਪੰਜਾਬੀ ਨੇ, ਤੁਹਾਨੂੰ ਕੋਈ ਨਹੀਂ ਨਜ਼ਰ ਆਉਣਾ, ਕਿਉਂਕਿ ਸਾਰੇ ਤੁਹਾਡੇ ਜਾਂਦਿਆਂ ਨੂੰ ਉੱਥੇ ਪ੍ਰਵਾਸੀ ਆ ਗਏ ਹੋਣੇ ਆ। ਜਿੱਥੇ ਤੁਹਾਡੇ ਇਤਿਹਾਸਕ ਗੁਰਦੁਆਰੇ ਨੇ ਉਹਦੇ ਆਲੇ ਦੁਆਲੇ ਵੀ ਸਾਰੇ ਤੁਸੀਂ ਹੌਲੀ ਹੌਲੀ ਦੇਖੋਗੇ ਕਿ ਪ੍ਰਵਾਸੀ ਹੋਏ ਜਿਹੜੇ ਨੇ ਉਹ ਬਿਜ਼ਨਸ ਸੈਟਅਪ ਕਰ ਰਹੇ ਆ, ਕਿਉਂਕਿ ਤੁਸੀਂ ਸਾਰੇ ਵਿਦੇਸ਼ਾਂ ਨੂੰ ਆ ਚੁੱਕੇ ਹੋ। ਸੋ ਵਾਪਸ ਮੁੜਨਾ, ਇੱਕ ਗੱਲ ਆਪਣੇ ਮਨਾਂ 'ਚ ਦਿਲਾਂ 'ਚ ਮੈਂ ਬਾਰ-ਬਾਰ ਕਹਿ ਰਿਹਾ, ਇਹਨੂੰ ਬਿਠਾ ਲਓ। ਕਮਾਈਆਂ ਕੀ ਕਰਨੀਆਂ, ਕਮਾਈਆਂ ਲੈ ਕੇ ਜਾਣੀਆਂ ਪੰਜਾਬ, ਉੱਥੇ ਜਾ ਕੇ ਸਾਰਾ ਕੁਝ ਕਰਨਾ ਹੈ। ਐਂਡ ਆਪਣਾ ਉੱਥੇ ਹੈ, ਉਸ ਤੋਂ ਇਲਾਵਾ ਕੋਈ ਨਹੀਂ। ਕਿਉਂਕਿ ਪੇਕਾ ਘਰ ਕਹਿੰਦੇ ਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਸੋ ਸਾਡਾ ਪੇਕਾ ਘਰ ਉਹ ਹੈ। ਵਿਦੇਸ਼ 'ਚ ਕਮਾਈ ਕਰੋ, ਰੱਜ ਰੱਜ ਕਮਾਈ ਕਰੋ, ਕਰੋੜਾਂ ਰੁਪਈਆ ਬਣਾਓ, ਪਰ ਵਾਪਸ ਜਿਹੜੇ ਆਪਣੀ ਧਰਤੀ ਦੇ ਉੱਤੇ ਜ਼ਰੂਰ ਜਾਓ। ਸੋ ਇਹ ਫ੍ਰੀ ਸਟਾਈਲ ਪ੍ਰੋਗਰਾਮ ਸੀ ਜੀ, ਆਸ ਕਰਦਾ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਕਈ ਵਾਰ ਏਦਾਂ ਹੁੰਦਾ ਵੀ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਗੱਲਬਾਤ ਕਹਿ ਜਾਈਏ ਤਾਂ ਉਹਦੇ ਲਈ ਮਾਫੀ ਵੀ ਚਾਹੁੰਦੇ ਹਾਂ ਜੀ। ਜੀ ਜਗਦੀਪ ਸਿੰਘ ਜੀ, ਅੱਜ ਦਾ ਪ੍ਰੋਗਰਾਮ ਜੋ ਆਪਣਾ ਫ੍ਰੀ ਸਟਾਈਲ ਪ੍ਰੋਗਰਾਮ ਸੀ, ਇਸੇ ਦਾ ਇਹ ਅੱਜ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਇਹ ਫਸਟ ਪਾਰਟ ਸੀ ਜਿਹੜਾ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ। ਇਸ ਦਾ ਸੈਕੰਡ ਪਾਰਟ ਜਦ ਤੁਹਾਡੇ ਨਾਲ ਅਸੀਂ ਲੈ ਕੇ ਆਵਾਂਗੇ ਤੁਹਾਡੇ ਅੱਗੇ, ਉਸ ਦੇ ਵਿੱਚ ਜੋ ਅੱਜ ਕੁਝ ਸਵਾਲ ਸਾਡੇ ਰਹਿ ਗਏ ਸੀਗੇ ਉਹ ਅਸੀਂ ਰੱਖਾਂਗੇ। ਜਿਵੇਂ ਕਿ ਸਾਡਾ ਉਹਦੇ ਵਿੱਚ ਸਵਾਲ ਹੋਏਗਾ, ਜਿਵੇਂ ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਰਹਿ ਕੇ ਤੁਸੀਂ ਲੱਖਾਂ ਕਰੋੜਾਂ ਰੁਪਇਆ ਕਮਾ ਕੇ, ਕਹਿ ਲਓ ਕਿ ਨੌਕਰੀ ਲਈ ਨਹੀਂ ਬਲਕਿ ਆਪਣੇ ਇੰਜੋਇਮੈਂਟ ਲਈ, ਤੁਸੀਂ ਆਪਣੇ ਇੰਜੋਇਮੈਂਟ ਲਈ ਇੱਕ ਨੌਕਰ ਨਹੀਂ ਸੀ, ਰਾਜੇ ਬਣ ਕੇ ਤੁਸੀਂ ਵਿਦੇਸ਼ ਵਿੱਚ ਜਾ ਸਕਦੇ ਹੋ। ਜਿਵੇਂ ਦਲਜੀਤ ਸਿੰਘ ਦੱਸਿਆ, ਤੁਸੀਂ ਦੁਬਈ ਜਾਓ, ਤੁਸੀਂ ਯੂਰਪ ਜਾਓ, ਅਮਰੀਕਾ ਕੈਨੇਡਾ ਜਾਓ, ਉਹ ਕਿੱਦਾਂ। ਦੂਜਾ ਗੱਲ ਜਿਹੜਾ ਉਰੋਂ ਦੀ ਨੌਜਵਾਨ, ਦੂਜਾ ਸਵਾਲ ਇਹ ਹੋਏਗਾ ਉਸ ਪ੍ਰੋਗਰਾਮ ਦੇ ਵਿੱਚ, ਉਰੇ ਦੇ ਨੌਜਵਾਨ ਜਿਹੜੇ ਉਰੇ ਦੇ ਪੰਜਾਬ ਦੇ ਨਾਗਰਿਕ ਨੇ ਉਹ ਵਿਦੇਸ਼ਾਂ ਵਿੱਚ ਜਾਂਦੇ ਨੇ। ਵਿਦੇਸ਼ਾਂ ਜਾਣ ਤੋਂ ਬਾਅਦ ਜਿਨ੍ਹਾਂ ਨੇ ਉੱਥੇ ਕਈ ਸਾਲ ਉੱਥੇ ਆਪਣੇ ਲਾ ਲਏ ਨੇ, ਉਹਨਾਂ ਦੀ ਜ਼ਮੀਨਾਂ ਇੱਥੇ ਨੇ, ਉਹਨਾਂ ਕੋਲ ਬਥੇਰਾ ਪੈਸਾ ਆ, ਉਹਨਾਂ ਲੋਕਾਂ ਦੇ ਲਈ ਇਹੋ ਜਿਹਾ ਪੈਟਰਨ ਇੱਕ ਸੈੱਟ ਕਰ ਦਿੱਤਾ ਜਾਵੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਉਹ ਰੁਜ਼ਗਾਰ ਵਧਾ ਦੇਣ ਉਹ, ਤਾਂ ਕਿ ਪੰਜਾਬ ਦੇ ਬਥੇਰੀ ਨੌਜਵਾਨੀ ਨੂੰ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਮਿਲ ਜਾਵੇ।
ਤੇ ਅਜਿਹੇ ਸਵਾਲਾਂ ਨੂੰ ਲੈ ਕੇ ਅਸੀਂ ਇੱਕ ਦੂਜਾ ਪ੍ਰੋਗਰਾਮ ਇਸੇ ਜੋ ਪ੍ਰੋਗਰਾਮ ਆਦਾ ਉਰੇ ਇਹਨੂੰ ਅਸੀਂ ਵਿਰਾਮ ਦੇਵਾਂਗੇ। ਇਸ ਤੋਂ ਬਾਅਦ ਇਹਦਾ ਦੂਜਾ ਪਾਰਟ ਆਏਗਾ, ਅਗਲੇ ਦਿਨ ਆਏਗਾ। ਜਿਵੇਂ ਅੱਜ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ, ਇਸੇ ਸਮੇਂ ਅਸੀਂ ਕੱਲ ਪ੍ਰੋਗਰਾਮ ਲੈ ਕੇ ਆਵਾਂਗੇ ਸ਼ਾਮ ਨੂੰ 6 ਵਜੇ। ਤਾਂ ਤੁਸੀਂ ਦੇਖੋਗੇ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਸਵਾਲ, ਅਜਿਹੇ ਕੋਈ ਸਵਾਲ ਨੇ ਜਿਹੜੇ ਅੱਜ ਨੌਜਵਾਨਾਂ ਦੇ ਮਾਈਂਡਸੈਟ ਵਿੱਚ ਬੈਠ ਚੁੱਕੇ ਨੇ। ਤਾਂ ਪੰਜਾਬ ਦੇ ਵਿੱਚ ਇੱਕ ਕਹਿੰਦੇ ਕਿ ਇਹ ਜਿਹਾ ਸੁਨਹਿਰੀ ਭਵਿੱਖ ਹੈ ਜਿਹੜਾ, ਉਹ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਗੱਲਾਂ ਦਾ ਸਿਲਸਿਲਾ ਕਾਫੀ ਅੱਗੇ ਵੱਧ ਚੁੱਕਿਆ ਹੈ, ਸਮਾਂ ਕਾਫੀ ਹੋ ਚੁੱਕਿਆ ਹੈ। ਅਸੀਂ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ। ਇਜਾਜ਼ਤ ਚਾਹਾਂਗੇ। ਧੰਨਵਾਦ। ਧੰਨਵਾਦ ਜੀ।